ਆਪਾਂ ਸਿੱਖਣ ਲੱਗੇ ਹਾਂ GSTR 1 ਫਾਈਲ ਕਰਨੀ। GSTR 1 ਰਿਟਰਨ ਦਾ ਨਾਮ ਹੈ। ਇਹਦੇ ਬਾਰੇ ਮੈਂ ਸਮਝਾਉਂਦਾ ਵੀ ਹਾਂ ਤੇ ਨਾਲੇ ਫਾਈਲ ਕਰਨੀ ਸਿਖਾਉਂਦਾ ਵੀ ਹਾਂ। ਇਹ ਵਾਸਤੇ ਕੀ ਕਰ ਰਿਹਾ ਮੈਂ, ਜਿਵੇਂ ਟੈਲੀ ਤੁਸੀਂ ਯੂਜ਼ ਕਰਦੇ ਹੋ ਇਸ ਤਰ੍ਹਾਂ ਹੀ ਮੇਰੇ ਕੋਲ ਇੱਥੇ ਇੱਕ ਸੌਫਟਵੇਅਰ ਟੈਲੀ ਵਰਗਾ ਹੀ ਹੈ। ਇਹਦਾ ਨਾਮ ਹੈ EQSoft। ਇਹਨੂੰ ਮੈਂ ਸਟਾਰਟ ਕਰਦਾ। ਇਹਦੇ ਵਿੱਚ ਜਿਹੜੀ ਕੰਪਨੀ ਦੀ ਮੈਂ ਰਿਟਰਨ ਫਾਈਲ ਕਰਨੀ ਹੈ ਉਹ ਕੰਪਨੀ ਨੂੰ ਮੈਂ ਪਹਿਲਾਂ ਓਪਨ ਕਰਦਾ। ਉਹਦਾ ਵਿੱਚ ਡਾਟਾ ਹੈ। ਰਿਟਰਨ ਭਰਨ ਦਾ ਮਤਲਬ ਹੈ ਕਿ ਆਪਾਂ ਹਿਸਾਬ ਦੇਣਾ। ਹਿਸਾਬ ਤਾਂ ਹੀ ਦੇਵਾਂਗੇ, ਪਹਿਲਾਂ ਆਪਾਂ ਹਿਸਾਬ ਖੋਲ੍ਹ ਲਈਏ ਕਿਹੜਾ ਹਿਸਾਬ ਦੇਣਾ ਹੈ, ਜਿਹੜਾ ਉਹ ਆਪਾਂ ਇੱਥੇ ਓਪਨ ਕਰਦੇ ਹਾਂ। ਆਹ ਕੰਪਨੀ ਹੈ ਗੁਰਪ੍ਰਤਾਪ ਪ੍ਰਿੰਟਿੰਗ ਪ੍ਰੈਸ। ਇਹਨਾਂ ਦੀ ਇੱਕ ਪ੍ਰਿੰਟਿੰਗ ਪ੍ਰੈਸ ਹੈ। ਇਹਨਾਂ ਨੇ ਜਿਹੜਾ ਵੀ ਸਮਾਨ ਸੇਲ ਕੀਤਾ ਹੈ ਉਹਦੀ ਸਾਰੀ ਸੇਲ ਦਾ ਹਿਸਾਬ ਦੇਣਾ, ਦੈਟ ਇਜ਼ GSTR 1। ਤਾਂ ਮੈਂ ਇਹ ਕੰਪਨੀ ਦੀ ਰਿਟਰਨ ਭਰਨ ਲੱਗਿਆ ਮਾਰਚ ਮਹੀਨੇ ਦੀ। ਐਂਟਰ ਦਬਿਆ। ਇਹਦੀ ਲਾਸਟ ਡੇਟ 13 ਅਪ੍ਰੈਲ ਹੈ, ਬਟ ਆਪਾਂ ਅੱਜ ਭਰ ਦਿੰਦੇ ਹਾਂ। ਇਹਦਾ ਮੈਂ ਪਾਸਵਰਡ ਭਰਤਾ, ਐਂਟਰ ਦਬਿਆ, ਇਹ ਕੰਪਨੀ ਖੋਲ੍ਹੀ। ਟੈਲੀ ਦੀ ਤਰ੍ਹਾਂ ਇਹ ਕੰਮ ਇਸ ਸੌਫਟਵੇਅਰ 'ਚ ਕੰਮ ਹੁੰਦਾ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ, ਰਿਪੋਰਟਸ ਮੈਨੂ ਦੇ ਵਿੱਚ ਕਮਾਂਡ ਹੈ ਸੇਲ ਐਂਡ ਪਰਚੇਜ਼ ਰਿਪੋਰਟ। ਇਹ ਕਮਾਂਡ ਦੇ ਕੇ ਇੱਥੇ ਆਪਾਂ ਭਰ ਦਿੰਦੇ ਹਾਂ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸੇਲ ਦਾ ਸਾਨੂੰ ਹਿਸਾਬ ਦਿਖਾ ਗਈ ਹੈ। ਜਦੋਂ ਮੈਂ ਐਂਟਰ ਡਿਸਪਲੇ 'ਤੇ ਕਲਿੱਕ ਕਰਦਾ ਤਾਂ ਮੈਨੂੰ ਕੰਪਿਊਟਰ ਦਿਖਾ ਰਿਹਾ ਇਹ ਛੋਟੀ ਜਿਹੀ ਫਰਮ ਇਹਦੀਆਂ ਬਸ ਸਾਰੇ ਮਾਰਚ ਵਿੱਚ ਇੰਨੀਆਂ ਕੁ ਸੇਲਾਂ ਨੇ। ਬਿੱਲ ਨੰਬਰ 13, 14, 15, 16, 17, 18, 19, 20, 21। ਇਹਦਾ ਮਤਲਬ ਇਹ ਕਿ ਇਹਨਾਂ ਨੇ 13 ਤੋਂ ਲੈ ਕੇ 21 ਤੱਕ ਕਿੰਨੇ ਬਿੱਲ ਹੋਏ? 8-9 ਬਿੱਲ ਆਏ। ਇਹਨਾਂ ਨੇ ਸਾਰੇ ਮਹੀਨੇ ਵਿੱਚ ਕੁੱਲ 9 ਹੀ ਲੋਕਾਂ ਨੂੰ ਸਮਾਨ ਵੇਚਿਆ। ਜਿਨ੍ਹਾਂ ਨੂੰ ਸਮਾਨ ਵੇਚਿਆ ਇੱਥੇ ਕੀ ਲਿਖਿਆ ਹੈ? ਬਿੱਲ ਦਾ ਨੰਬਰ ਹੈ, ਬਿੱਲ ਦੀ ਡੇਟ ਹੈ, ਉਸ ਤੋਂ ਬਾਅਦ ਵਾਚਰ ਟਾਈਪ ਦਾ ਸੇਲ ਹੈ। ਅੱਜ ਜਿਹਨੂੰ ਸਮਾਨ ਸੇਲ ਕੀਤਾ ਉਸ ਕੰਪਨੀ ਦਾ ਨਾਮ, ਉਸ ਕੰਪਨੀ ਦਾ GST ਨੰਬਰ ਹੈ, ਕਸਟਮਰ ਦਾ GST ਨੰਬਰ ਵੀ ਹੈ। ਇਹਦੇ 'ਤੇ ਸਮਾਨ ਕਿੰਨੇ ਟੈਕਸ ਰੇਟ 'ਤੇ ਹੈ? 18% ਵਾਲੇ ਰੇਟ 'ਤੇ ਹੈ। ਟੈਕਸੇਬਲ ਵੈਲਿਊ ਕਿੰਨੀ ਹੈ? ਉਹਦੇ 'ਤੇ CGST ਕਿੰਨਾ, SGST ਕਿੰਨਾ। IGST ਤਾਂ ਲੱਗਦਾ ਜੇ ਅਗਰ ਇਹ ਪਾਰਟੀ ਪੰਜਾਬ ਤੋਂ ਬਾਹਰ ਦੀ ਹੁੰਦੀ। ਤੋ ਜਿਹੜੀ GSTR 1 ਰਿਟਰਨ ਹੈ ਉਹਦੇ ਵਿੱਚ ਆਪਾਂ ਨੇ ਆਪਣੀ ਸਾਰੀ ਸੇਲ ਦਾ ਹਿਸਾਬ ਦੇਣਾ ਹੁੰਦਾ ਹੈ। ਅਤੇ ਇਹਨਾਂ ਦੀ ਸੇਲ ਸਾਰੀ B2B ਹੈ। B2C ਸੇਲ ਕਿਹੜੀ ਹੁੰਦੀ ਹੈ? ਬਿਜ਼ਨਸ ਟੂ ਕਸਟਮਰ ਜਾਂ ਕੰਜ਼ਿਊਮਰ, ਬਿਜ਼ਨਸ ਟੂ ਕੰਜ਼ਿਊਮਰ। ਜੇ ਅਗਰ ਕੋਈ ਸੇਲ ਇਸ ਤਰ੍ਹਾਂ ਦੀ ਹੋਵੇ ਕਿ ਇਹਨਾਂ ਨੇ ਕਿਸ ਨੂੰ ਸਮਾਨ ਸੇਲ ਕੀਤਾ ਜਾਂ ਕੁਝ ਪ੍ਰੋਡਕਟ ਵੇਚਿਆ, ਉਹ ਕਸਟਮਰ ਦਾ ਕੰਜ਼ਿਊਮਰ ਉਸ ਕਸਟਮਰ ਦਾ GST ਨੰਬਰ ਨਹੀਂ ਹੈਗਾ, ਤਾਂ ਆਪਾਂ ਉਸ ਤਰ੍ਹਾਂ ਦੇ ਬਿੱਲ ਨੂੰ ਕਹਾਂਗੇ B2C। ਉਹ ਇਹਨਾਂ 'ਚ ਹੈ ਨਹੀਂ ਗੀ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿਖਾਉਣਾ ਕਿਸੇ ਹੋਰ ਕੰਪਨੀ ਦੀ ਜਿਹਦੇ ਵਿੱਚ ਸੇਲ ਜ਼ਿਆਦਾ ਆ ਔਰ ਉਹਦੇ ਵਿੱਚ ਮਿਕਸ ਹੈ, B2B ਵੀ ਹੈ, B2C ਵੀ ਹੈ। ਇਹਨੂੰ ਮੈਂ ਇੱਕ ਵਾਰੀ ਕਲੋਜ਼ ਕਰਦਾ। ਇਹ ਕੰਪਨੀ ਨੂੰ ਮਾਸਟਰ 'ਚ ਜਾ ਕੇ ਲੌਗ ਆਊਟ ਕਰਕੇ ਕੰਪਨੀ ਬੰਦ ਕਰ ਦਿੰਦਾ। ਬੈਕਅਪ ਪੁੱਛਦਾ ਲੈਣਾ, ਮੈਂ ਕਹੂੰਗਾ ਨਹੀਂ ਲੈਣਾ। ਇੱਕ ਕੰਪਨੀ ਹੋਰ, ਉਹਦਾ ਹਾਲੇ ਡਾਟਾ ਕੰਪਲੀਟ ਨਹੀਂ ਹੈ, ਉਹ ਇਹ ਹੈ ਮਿਲਨ ਕਰਿਆਨਾ ਸਟੋਰ। ਇਹਦੀ ਮੈਂ ਰਿਟਰਨ ਹਾਲੇ ਨਹੀਂ ਭਰ ਸਕਦਾ ਕਿਉਂਕਿ ਡਾਟਾ ਕੰਪਲੀਟ ਨਹੀਂ ਹੈਗਾ, ਬਟ ਇਹਦਾ ਡਾਟਾ ਕਿੰਨਾ ਆ ਆਪਾਂ ਚੈੱਕ ਕਰਦੇ ਹਾਂ। ਰਿਪੋਰਟਸ ਮੈਨੂ ਦੇ ਵਿੱਚ ਸੇਲ ਪਰਚੇਜ਼ ਰਿਪੋਰਟ ਕਮਾਂਡ ਦੱਬੀ। ਇਹਨੂੰ ਵੀ ਆਪਾਂ ਇੱਥੇ ਕਹਤਾ 1 ਮਾਰਚ ਤੋਂ ਲੈ ਕੇ ਇੱਥੇ ਨਾ ਫਰਮ ਡੇਟ 'ਚ 1 ਮਾਰਚ, ਟੂ ਡੇਟ 'ਚ 31 ਮਾਰਚ। ਸੇਲ ਜਦੋਂ ਮੈਂ ਡਿਸਪਲੇ ਕਰੂੰਗਾ ਤਾਂ ਇਹਦੀਆਂ ਸਾਰੀਆਂ ਜਿੰਨੇ ਵੀ ਸਮਾਨ ਸੇਲ ਕੀਤਾ ਸਾਰੇ ਦਿਖਣ ਲੱਗੇ। ਮੈਂ ਉੱਪਰ ਚੱਲਿਆ, ਪੇਜ ਆਪਣਾ ਨਾ ਉੱਪਰ ਚੱਲਿਆ। 1 ਮਾਰਚ ਨੂੰ ਸਮਾਨ ਸੇਲ ਕੀਤਾ ਲਿਪਿਓਰ ਹਰਬਲ ਨੂੰ, ਇਹਦੇ ਨਾਮ ਦੇ ਪਿੱਛੇ ਨਾ GST ਨੰਬਰ ਪਾਇਆ ਹੋਇਆ। ਇਹਦਾ ਮਤਲਬ ਕਿ ਜਿਹੜੀ ਇਹ ਸੇਲ ਹੈ ਇਹ B2B ਹੈ। ਇਹਦੇ 'ਚ ਬਿੱਲ ਨੰਬਰ 1365 2 ਵਾਰੀ ਕਿਉਂ ਹੈ? ਬਿੱਲ ਨੰਬਰ 1365 ਇੱਕ ਵਾਰੀ, ਇੱਕ ਲਾਈਨ ਇਹ ਹੈ, ਇੱਕ ਲਾਈਨ ਇਹ ਹੈ। ਇਹਦਾ ਮਤਲਬ ਇਹ ਕਿ ਬਿੱਲ ਨੰਬਰ 1365 ਵਿੱਚ ਆਈਟਮਾਂ 5% ਵਾਲੀਆਂ ਵੀ ਸੀਗੀਆਂ ਅਤੇ 18% ਵਾਲੀਆਂ ਵੀ ਸੀਗੀਆਂ। ਜਿਹੜੀਆਂ 5% ਵਾਲੀਆਂ ਆਈਟਮਾਂ ਨੇ ਉਹਨਾਂ ਦੀ ਵੈਲਿਊ ਇੰਨੀ ਹੈ 7,047.62। 18% ਵਾਲੀ ਦੀ ਵੈਲਿਊ ਇਹ ਹੈ, ਇਹਦੇ ਉੱਪਰ ਟੈਕਸ ਜਿੰਨਾ ਹੈ ਉਹਦੀ ਅਮਾਊਂਟ ਬਣੀ ਹੋਈ ਹੈ। ਟੋਟਲ ਜਿੰਨਾ ਇਹਨਾਂ ਦਾ ਜੋੜ ਆਊਗਾ ਉਨਾ ਬਿੱਲ ਦਾ ਟੋਟਲ ਆ ਜਾਊਗਾ 7400 ਅਤੇ 500 7960 ਰੁਪਏ ਦਾ ਬਿੱਲ ਹੋਊਗਾ। ਇਸ ਤਰ੍ਹਾਂ ਹੀ 1366 ਨੰਬਰ ਬਿੱਲ ਵੀ ਲਿਪਿਓਰ ਨੂੰ ਸਮਾਨ ਗਿਆ ਹੋਇਆ, ਇਹਦੀ 7400 ਦੀ ਅਮਾਊਂਟ ਹੈ। ਇਸ ਤੋਂ ਬਾਅਦ ਜਿਹੜੀਆਂ ਆਹ ਸੇਲਸ ਨੇ ਜਿੱਥੇ ਹੁਣ ਕਰਸਰ ਖੜ੍ਹਾ ਆ, ਇਹ ਸੇਲ B2C ਹੈ। ਇਹ ਸਮਾਨ ਸੇਲ ਕੀਤਾ ਹੋਇਆ, ਜਿਹਨੂੰ ਸਮਾਨ ਸੇਲ ਕੀਤਾ ਉਹ ਕੰਜ਼ਿਊਮਰ ਹੈ। ਆਹ ਭਾਵੇਂ ਬਿਜ਼ਨਸ ਵੀ ਹੋਊਗਾ, ਹੰਸਾਰੀ ਕਰਿਆਨਾ ਸਟੋਰ ਲਿਖਿਆ ਆ, ਬਟ ਇਹ ਵੀ GST ਨੰਬਰ ਤੋਂ ਬਗੈਰ ਵਾਲਾ, ਇਹਨੂੰ ਆਪਾਂ B2C ਕਹਾਂਗੇ। ਇਸ ਤਰ੍ਹਾਂ ਸਾਰੇ ਜਿੰਨੇ ਵੀ ਇਹਨਾਂ ਦੇ ਸੇਲ, ਆਹ ਇੱਕ ਵਿਚਕਾਰ ਹੋਰ ਆ ਗਈ ਸੇਲ, ਇਹ ਵੀ B2B ਹੈ।
तो B2B एंड B2C विच मिक्स ने, मतलब कि समान जिन्होंने सेल किया वो कुछ B2B वाले ने, कुछ B2C वाले ने। ये बिल 21 तक के भरे हुए हैं, बाकी बिल हले मेरे को पहुँचे नहीं है, इस करके रिटर्न नहीं भरते है। तो इनू मैं क्लोज कर लग्या, ये जस्ट दिखाने लग्या सीगा। हुण इन्हां दी मार्च महीने की सेल का टोटल आया 9,65,583, हले वधूगा जोड़। और ये जो टैक्स बनता है वह जोड़ आ गया 27,806.38 मीनस जी ये अमाउंट है सेंटर की, ये स्टेट की, ये सैस भी हैगा 10,194 रुपये। इन्हों दी कुछ आइटम वो भी ने जिन्हों के उत्ते गौरमेंट सैस लगाती है। मैं थोड़ा आ बिल दिखाना, आ बिल है ना, ये सैस है 997 रुपये 71 पैसे। इस बिल में आइटम चैक कर दो कि ने, जिमें टैली में आप किसी बिल पर एंटर दबांगे वाउचर खुल जाता, इस तरह इतने भी मैं इस बिल के उत्ते एंटर दबूँगा, यदा जो बिल है वो खुल जूगा एंटर दबन ते। ये जिन्होंने समान सेल किया है कैश की बेचा, कोक 500 ml मिक्स केस, ये 20 केस बेचे 582 रुपये रेट से। ये टैक्सेबल वैल्यू इन्नी बनी, फिर जिन्नी टैक्सेबल वैल्यू बनी वो उपर 14% CGST है, 14% SGST है, और वो 12% सैस है। कोक या कोल्ड ड्रिंक्स ने लिमका, कोक, फैंटा वगैरह वो गवर्नमेंट 28% टैक्स लेंदी है GST। 28 का मतलब 14% सेंटर तो स्टेट में, 12% उत्ते एक एडिशनल टैक्स है, इनू आप सैस कहते हैं। तो इन्हों दी जिहड़ियां आइटमां कोक या कोल्ड ड्रिंक्स दियां ने उन्होंने उत्ते सैस आ, होर किसी आइटम के उत्ते सैस गवर्नमेंट नहीं लैंदी। हाँ लैंदी है सिगरट, बीड़ी, तंबाकू वगैरह तो भी सैस लगता है, बट वो ये पार्टी, ये कंपनी जिन्हों का आप हुण डाटा खोलिया होया, इन्हों के कोल आइटमां सेल परचेज नहीं करते। मैं बिल क्लोज कर दूँ, वापस आप उत्थे बिल ते आ गए। हुण इत्थों ये पता लगता है कि इन्होंने 27,806 रुपये सेंटर का, 27,806 स्टेट का, 10,194 सैस, ये टोटल तिना का जोड़ कर लीए लगभग बन गया 27, 54, 55, 65,000 तो समथिंग ज़्यादा आ। इन्ना टैक्स इन्होंने सरकार को देना आ, तो टैक्स देने की जी रिटर्न आ आप अलग फाइल करते हैं। अज जो कुछ मैं समझा रहा वो है GSTR 1। ਉਹਦੇ ਵਿੱਚ ਕੀ ਹੁੰਦਾ, ਆਪਾਂ ਆਪਣੀ ਜਿਹੜੀ ਸੇਲ ਹੈ ਇਹਦਾ ਪੂਰਾ ਸਾਰਾ ਵੇਰਵਾ ਕੰਪਿਊਟਰ ਤੱਕ ਯਾਨੀ ਗਵਰਨਮੈਂਟ ਤੱਕ ਪਹੁੰਚਾਉਣਾ। ਇਹਦਾ ਵੇਰਵਾ ਪਹੁੰਚਾਉਣ ਵਾਸਤੇ ਰਿਟਰਨ ਦਾ ਨਾਮ ਹੈ GSTR 1। तो गवर्नमेंट ने डेडलाइन दे दियाँ, डेटा दे दियाँ कि 13 तरीक तो पहला सारिਆਂ ने अपनी GSTR 1 फाइल करनी है। GSTR 1 मतलब सेल फाइल करनी है। तो मैं जिहदी रिटर्न फाइल करनी है उत्ते वापस चलदा, लॉग आउट कर लिया, ये कंपनी बंद कर दी, वो लॉग आउट करके तो बाहर आ गई। जिहड़ी मैं रिटर्न फाइल कर लगा सी उसदा नाम सी इस कंपनी की रिटर्न फाइल की कर लगे। इहदा डाटा रिटर्न फाइल करने वास्ते मैं यूटिलिटी जाके इत्थे कमांड बनाई हुई है GST रिटर्नस। टैली विच भी किते ना किते कमांड हैगी है GST रिटर्नस की। तो मैं इत्थे GST रिटर्नस कमांड दूँगा तो कंप्यूटर पूछूगा किहड़े महीने की रिटर्न भरनी है। मैं भरन लग्या मार्च की, इत्थे मार्च आप ही लिखा होया ठीक है, जां इत्थे मैं मार्च की कोई भी डेट चूज़ करूँगा अपने आप ही इत्थे लिखा आ जाऊगा 1 दिन तो 31 दिन तक। GSTR 1 कई कंपनियां वास्ते ये ऑप्शन दिता है सरकार ने कि इकट्ठी 3 महीने की इकट्ठी भरनी है, किवें जनवरी, फरवरी, मार्च। तो कईयां नूं ऑप्शन दिता है 1 महीने की भरनी है, कल्ली मार्च की मार्च च, फरवरी की फरवरी च, हर महीने। तो जिहड़ी मैं हुण रिटर्न भर रहा इस पार्टी की, इहदे विच GSTR दा मैं ओपन करदा, GST की वैबसाइट पर जाना gst.gov.in, वो पार्टी का लॉगिन करके मैं चैक करदा, मैनूं याद नहीं है कि मंथली है कि क्वार्टरली है। जे क्वार्टरली है तो आप जनवरी, फरवरी, मार्च 3 महीने के इकट्ठे बिल चढ़ाने हैं। तो जे मंथली है तो यह मतलब जनवरी उन्हें चढ़ाई हुई है, फरवरी चढ़ाई हुई है, हुण कल्ले मार्च चढ़ाने हैं। तो वो मैनूं पता लग जूगा, मैं लॉगिन करदा, लॉगिन पर क्लिक किया, यदा जोड़ा यूज़र नेम है वो लिखूँगा, मैं पासवर्ड लिखन लग्या, सॉरी जी, कैप्चा ये अखर लिख के लॉगिन किया।
ਲੌਗਇਨ ਹੋ ਗਿਆ। ਹੁਣ ਮੈਂ ਇਹਦੀਆਂ ਰਿਟਰਨਸ 'ਤੇ ਜਾਣਾ ਆ, ਰਿਟਰਨ ਡੈਸ਼ਬੋਰਡ 'ਤੇ ਕਲਿੱਕ ਕਰੂੰਗਾ, ਰਿਟਰਨਸ ਦੇ ਡੈਸ਼ਬੋਰਡ 'ਤੇ ਚੱਲ ਜਾਵਾਂਗੇ। ਇਹ ਬਲਜਿੰਦਰ ਸਿੰਘ ਉਹਦੇ ਓਨਰ ਦਾ ਨਾਮ ਹੈ, ਅਤੇ ਮੈਂ ਕਰਨ ਲੱਗਿਆ ਰਿਟਰਨ ਡੈਸ਼ਬੋਰਡ 'ਤੇ ਕਲਿੱਕ। ਰਿਟਰਨਸ ਦੇ ਡੈਸ਼ਬੋਰਡ 'ਤੇ ਜਾ ਕੇ ਉਹ ਫਿਰ ਮੈਨੂੰ ਪੁੱਛੂਗਾ ਕਿਹੜੇ ਸਾਲ ਦੇ ਕਿਹੜੇ ਮਹੀਨੇ ਦੀ ਰਿਟਰਨ ਭਰਨੀ ਹੈ। ਮੈਂ ਮਾਰਚ ਦੀ ਰਿਟਰਨ ਭਰਨੀ ਹੈ। ਮਾਰਚ ਸੈਸ਼ਨ ਸਾਲ ਜਿਹੜਾ ਆ ਇਹ 2021-22 ਨਹੀਂ ਹੈਗਾ, ਸਾਲ ਹੈਗਾ 2021। 21-22 ਹੁਣ ਚੱਲ ਗਿਆ। ਪਿਛਲੇ ਸਾਲ ਦੀ ਅਪ੍ਰੈਲ ਤੋਂ ਪਹਿਲਾਂ, ਪਿਛਲਾ ਸਾਲ ਸੀ ਅਪ੍ਰੈਲ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ। ਪਿਛਲੇ ਸਾਲ ਦੀ ਮਾਰਚ ਦੀ ਮੰਥ ਦੀ ਰਿਟਰਨ ਭਰਨੀ ਹੈ। ਜਦੋਂ ਮੈਂ ਸਰਚ ਕਰੂੰਗਾ ਕੰਪਿਊਟਰ ਮਾਰਚ ਮਹੀਨੇ ਦੀਆਂ ਰਿਟਰਨਾਂ ਦੀ ਲਿਸਟ ਸ਼ੋਅ ਕਰ ਦੂਗਾ। ਹਾਂ, ਇੱਥੇ GSTR 1 ਜਿਹੜੀ ਹੈ ਇਹ ਇਹਨਾਂ ਦੀ ਡਿਊ ਡੇਟ 11/4 ਹੈ। ਇਹ ਮੰਥਲੀ ਹੈ, ਮੰਥਲੀ ਇਹਨਾਂ ਦੀ 11/4 ਹੀ ਹੈ। ਜੇ ਅਗਰ ਮੈਂ ਪਿਛਲੇ ਮਹੀਨਾ ਦੇਖੂੰ ਫਰਵਰੀ 'ਚ ਇਹਨਾਂ ਨੇ GSTR 1 ਅਲੱਗ ਭਰੀ ਹੋਈ ਹੈ ਨਾ, ਇੱਕੋ ਫਾਈਲ ਕੀਤੀ ਹੋਈ ਹੈ, ਮਤਲਬ ਜਨਵਰੀ ਦੀ ਅਤੇ ਫਰਵਰੀ ਦੀ ਮੰਥ ਵਾਈਜ਼ ਭਰ ਦਿੱਤੀ ਹੈ। ਹੁਣ ਜਿਹੜੀ ਭਰਨੀ ਹੈ ਉਹ ਇਕੱਲੀ ਮਾਰਚ ਦੀ ਹੋਈ ਭਰਨੀ ਹੈ। ਫਰਵਰੀ ਦੀ ਆਲਰੇਡੀ ਫਾਈਲਡ ਹੈ, ਅਤੇ ਜਿਨ੍ਹਾਂ ਦੀ ਕੁਆਟਰਲੀ ਹੈ ਉਹਨਾਂ ਦੀ ਫਰਵਰੀ ਵਿੱਚ ਇੱਥੇ ਆਉਣੀ ਹੋਈ ਨਹੀਂ ਹੈਗੀ GSTR 1। ਉਹਨਾਂ ਦੀ GSTR 1 ਨਹੀਂ ਆਉਣੀ ਹੈਗੀ। ਉਹਨਾਂ ਨੂੰ GSTR 1 ਉਦੋਂ ਹੀ ਮਿਲੂਗੀ ਜਿਹੜਾ ਕੁਆਟਰ ਖਤਮ ਹੋਊਗਾ। ਕੁਆਟਰ ਖਤਮ ਕਦੋਂ ਹੁੰਦਾ? ਪਹਿਲਾ ਕੁਆਟਰ ਖਤਮ ਹੁੰਦਾ ਜੂਨ 'ਚ, ਅਪ੍ਰੈਲ ਮਈ ਜੂਨ 'ਚ ਖਤਮ ਹੋਣਾ ਕੁਆਟਰ ਪਹਿਲਾ। ਦੂਜਾ ਜੁਲਾਈ ਅਗਸਤ ਤੋਂ ਲੈ ਕੇ ਸਤੰਬਰ ਤੱਕ, ਸਤੰਬਰ 'ਚ ਫਿਨਿਸ਼ ਹੋਊਗਾ। ਤੀਸਰਾ ਫਿਰ ਅਕਤੂਬਰ ਨਵੰਬਰ ਦਸੰਬਰ ਦਾ, ਦਸੰਬਰ 'ਚ ਐਂਡ ਹੋਊਗਾ। ਫਿਰ ਚੌਥਾ ਕੁਆਟਰ ਜਿਹੜਾ ਸਾਲ ਦਾ ਉਹ ਜਨਵਰੀ ਤੋਂ ਲੈ ਕੇ ਮਾਰਚ ਤੱਕ, ਮਾਰਚ 'ਚ ਐਂਡ ਹੋਣਾ ਆ। ਤੋ ਜਿਨ੍ਹਾਂ ਦੀ ਕੁਆਟਰਲੀ ਨਹੀਂ, ਜਿਨ੍ਹਾਂ ਦੀ ਰਿਟਰਨ ਕੁਆਟਰਲੀ ਹੈ ਉਹਨਾਂ ਦਾ ਮਾਰਚ ਵਿੱਚ ਸਾਨੂੰ ਦਿਖੂਗਾ, ਫਰਵਰੀ 'ਚ ਦਿਖੂਗਾ ਹੀ ਨਹੀਂ GSTR 1। ਨਾ ਜਨਵਰੀ 'ਚ ਦਿਖੂਗਾ, ਨਾ ਫਰਵਰੀ 'ਚ ਦਿਖੂਗਾ। ਹੁਣ ਮੈਂ ਇਹਨਾਂ ਦੀ ਫਰਵਰੀ 'ਚ ਵੀ ਦਿਖਦੀ ਹੈ, ਜਨਵਰੀ 'ਚ ਵੀ ਦਿਖਦੀ ਹੈ, ਇਹਦਾ ਮਤਲਬ ਇਹ ਮੰਥਲੀ ਵਾਲੇ ਕੇਸ 'ਚ ਆ ਜਾਂਦਾ ਹੈ। ਅਤੇ ਮੈਂ ਇਹਦੀ ਮਾਰਚ ਕਰਕੇ ਸਰਚ ਕਰੂੰਗਾ, ਮਾਰਚ ਦੀਆਂ ਰਿਟਰਨਾਂ ਦਿਖਣ ਲੱਗੀਆਂ। ਮਾਰਚ ਦੀ GSTR 1 ਫਾਈਲ ਕਰਨ ਦੀ ਡਿਊ ਡੇਟ 11 ਤਰੀਕ ਹੈ। ਆਪਾਂ ਅੱਜ ਭਰ ਦਿੰਦੇ ਹਾਂ। ਭਰਨ ਵਾਸਤੇ ਤਰੀਕਾ ਕੀ ਹੈ? ਇੱਕ ਹੈਗਾ ਪ੍ਰੈਪੇਅਰ ਔਨਲਾਈਨ, ਇੱਕ ਹੈ ਪ੍ਰੈਪੇਅਰ ਆਫਲਾਈਨ। ਔਨਲਾਈਨ ਦੇ ਵਿੱਚ ਕੀ ਹੋਊਗਾ, ਸਾਨੂੰ ਸਾਰੇ ਬਿੱਲ ਆਪ ਲਿਖਣੇ ਪੈਣੇ ਆ। ਹਾਲਾਂਕਿ ਇਹਦੇ ਬਿੱਲ ਥੋੜ੍ਹੇ ਹੀ ਨੇ, ਜ਼ਿਆਦਾ ਨਹੀਂ ਹੈਗੇ, ਪਰ ਜਿਵੇਂ ਮਿਲਣ ਕਿਰਾਣਾ ਸਟੋਰ ਜਾਂ ਹੋਰ ਕਈ ਫਰਮਾਂ ਨੇ ਜਿਨ੍ਹਾਂ ਦੇ ਹਰ ਮਹੀਨੇ ਬਹੁਤ ਸਾਰੇ ਬਿੱਲ ਨੇ, ਉਹਨਾਂ ਦੀ ਡਾਟਾ ਐਂਟਰੀ ਆਪ ਕਰਨੀ ਤਾਂ ਬਹੁਤ ਔਖੀ ਹੈ। ਔਨਲਾਈਨ ਦਾ ਮਤਲਬ ਆਪ ਐਂਟਰੀ ਕਰਨੀ। ਸੱਚਮੁੱਚ ਜੇ ਆਪ ਐਂਟਰੀ ਕਰਨੀ ਹੋਊਗੀ, ਜਿੰਨਾ ਪਹਿਲਾਂ ਐਂਟਰ ਕੀਤਾ ਡਾਟਾ ਉਨਾ ਹੀ ਫਿਰ ਐਂਟਰ ਕਰੋ, ਟਾਈਮ ਵੱਧ ਲੱਗੂਗਾ। ਫਿਰ ਦੂਜਾ ਹੈਗਾ ਆਫਲਾਈਨ ਮੋਡ। ਆਫਲਾਈਨ ਮੋਡ ਦੇ ਵਿੱਚ ਕੀ ਹੁੰਦਾ, ਮੈਂ ਤੁਹਾਨੂੰ ਪਹਿਲਾਂ ਦਿਖਾਉਂਦਾ ਇਹਨੂੰ ਖੋਲ੍ਹ ਕੇ। ਇਹਦੇ ਵਿੱਚ ਡਾਟਾ ਭਰਨਾ ਨਹੀਂ ਪਊਗਾ, ਆਪਾਂ ਸੌਫਟਵੇਅਰ ਦੇ ਵਿੱਚੋਂ ਕਾਪੀ ਕਰਕੇ ਪੇਸਟ ਕਰ ਦੇਣਾ ਹੈ। ਜਦੋਂ ਕਾਪੀ ਪੇਸਟ ਕਰਾਂਗੇ ਤਾਂ ਗਲਤੀ ਦੇ ਚਾਂਸ ਵੀ ਹੈ ਨਹੀਂ ਗੇ, ਕਿਉਂਕਿ ਅਸੀਂ ਕਿਸੇ ਤੋਂ ਦੇਖ ਕੇ ਲਿਖਾਂਗੇ ਤਾਂ ਚਾਂਸਸ ਨੇ ਕਿ ਮੇਰੇ ਤੋਂ ਟਾਈਪਿੰਗ ਕਰਨ ਲੱਗਿਆਂ 72 ਦਾ 27 ਭਰਿਆ ਜਾਵੇ, ਜਾਂ ਕਿਸੇ ਦਾ GST ਨੰਬਰ ਗਲਤ ਭਰਿਆ ਜਾਵੇ, ਕਿਸੇ ਦੀ ਡੇਟ ਗਲਤ ਭਰੀ ਜਾਵੇ। ਲੇਕਿਨ ਜੇ ਅਸੀਂ ਕਾਪੀ ਪੇਸਟ ਕਰਾਂਗੇ ਤਾਂ ਉਹ ਕੰਪਿਊਟਰ ਨੇ ਆਪੇ ਹੀ ਜਿਵੇਂ ਹੈਗਾ ਉਵੇਂ ਕਾਪੀ ਕਰਕੇ ਪੇਸਟ ਕਰਤਾ, ਅਤੇ ਡਾਟਾ ਗਲਤ ਹੋਣ ਦੇ ਕੋਈ ਚਾਂਸ ਨਹੀਂ ਹੈਗੇ। ਤੋ ਆਫਲਾਈਨ ਮੋਡ ਨਾਲੇ ਤਾਂ ਈਜ਼ੀ ਹੈ, ਨਾਲੇ ਐਕੂਰੇਟ ਹੈ। ਆਪਾਂ ਆਫਲਾਈਨ 'ਚ ਜਦੋਂ ਜਾਂਦੇ ਹਾਂ ਤਾਂ ਕੰਪਿਊਟਰ ਕਹਿੰਦਾ ਕਿ ਤੁਸੀਂ ਉਹ ਡਾਟਾ ਅਪਲੋਡ ਕਰੋ, ਇਨਵਾਇਸ ਅਪਲੋਡ, ਜਿਹੜੀਆਂ ਤੁਹਾਡੀਆਂ ਇਨਵਾਇਸਿਸ ਨੇ, ਬਿੱਲ ਨੇ, ਜੋ ਸਮਾਨ ਵੇਚਿਆ ਹੋਇਆ ਅਪਲੋਡ ਕਰਨ ਵਾਸਤੇ ਉਹ ਫਾਈਲ ਚੂਜ਼ ਕਰੋ। ਉਹ ਫਾਈਲ ਪਹਿਲਾਂ ਤਿਆਰ ਕਰਨੀ ਹੈ। ਉਹ ਫਾਈਲ ਤਿਆਰ ਕਰਨ ਵਾਸਤੇ ਮੈਂ ਸੌਫਟਵੇਅਰ 'ਚ ਗਿਆ। ਸੌਫਟਵੇਅਰ ਦੇ ਵਿੱਚ ਆਪਾਂ ਚੂਜ਼ ਕੀਤਾ ਕਿਹੜੇ ਮਹੀਨੇ ਦੀ, ਮੈਂ ਮਾਰਚ ਕਹਿਤਾ। ਕੁਆਟਰਲੀ ਨਹੀਂ ਹੈ, ਇਸ ਲਈ ਟਿਕ ਨਹੀਂ ਮਾਰਿਆ। ਜੇ ਮੈਂ ਟਿਕ ਮਾਰ ਦੂੰਗਾ ਤਾਂ ਇਹਦਾ ਮਤਲਬ ਫਿਰ ਪੂਰੇ ਕੁਆਟਰ ਨੂੰ ਚੱਕ ਲੂਗਾ। ਕਰਕੇ ਦੇਖਾਂ ਟਿਕ, ਜਨਵਰੀ ਤੋਂ ਇੱਥੇ ਆ ਗਿਆ 1 ਜਨਵਰੀ ਤੋਂ 31 ਮਾਰਚ ਤੱਕ। ਕੁਆਟਰ ਬੰਦ ਕਰ ਦਿਓ, ਇਕੱਲੇ 1 ਮਹੀਨੇ ਦੀ GSTR 1 ਜਨਰੇਟ ਕਰਨੀ ਹੈ। ਇੱਥੋਂ ਮੈਂ ਕਮਾਂਡ ਦਊਂਗਾ, ਆ ਬਟਨ ਦਬੂੰਗਾ, GSTR 1 ਜਨਰੇਟ ਕਰ ਦਿਓ। ਤਾਂ ਇਹ ਕੀ ਕਰੂਗਾ, ਇਹ ਸਾਰਾ GSTR 1 ਦਾ ਜਿਹੜਾ ਡਾਟਾ ਹੈ ਜੋ ਸਰਕਾਰ ਨੂੰ ਚਾਹੀਦਾ ਆ ਉਹ ਇਹਨੇ ਰੈਡੀ ਕਰ ਦੇਣਾ ਹੈ। ਉਹ ਇਹਨੇ ਇੱਥੇ ਸਾਨੂੰ ਸੇਵ ਕਰਕੇ ਦੇ ਦੇਣਾ ਹੈ। ਮੈਂ ਦੇਖੋ ਕਰਕੇ ਦਿਖਾਉਣਾ। ਕਲਿੱਕ ਕੀਤਾ GSTR 1, ਕੰਪਿਊਟਰ ਪੁੱਛਦਾ ਕਿ ਫਾਈਲ ਜਿਹੜੀ ਬਣੂਗੀ ਮੈਂ ਸੇਵ ਕਿੱਥੇ ਕਰਾਂ। ਮੈਂ ਕੀ ਕਰਦਾ, ਉਹ ਕਈ ਫਾਈਲਾਂ ਬਣਨੀਆਂ ਨੇ, ਇਸ ਕਰਕੇ ਨਾ ਡੈਸਕਟਾਪ ਦੇ ਉੱਤੇ ਮੈਂ ਇੱਕ ਨਿਊ ਫੋਲਡਰ ਬਣਾਉਣ ਲੱਗਿਆ। ਨਿਊ ਫੋਲਡਰ ਬਣਾਉਣ ਲੱਗਿਆ, ਇਹਦਾ ਨਾਮ ਦੇ ਦੇਣਾ ਮੈਂ ਗੁਰਪ੍ਰਤਾਪ, ਜਿਹੜਾ ਫਰਮ ਦਾ ਨਾਮ ਉਹੀ ਦੇ ਦੇਣਾ, ਮਾਰਚ 2021। ਇਹ ਨਾਂ ਦੀ ਫੋਲਡਰ ਬਣਾ ਲਈ। ਇਹਨੂੰ ਮੈਂ ਸਿਲੈਕਟ ਕੀਤਾ, ਓਕੇ ਕਰਤਾ। ਤਾਂ ਕੀ ਕਰੂਗਾ, GSTR 1 ਦਾ ਜਿਹੜਾ ਡਾਟਾ ਉਹ ਸਾਰਾ ਉਹ ਫਾਈਲ ਦੇ ਵਿੱਚ ਫੋਲਡਰ 'ਚ ਫਾਈਲਾਂ ਬਣਾ ਕੇ ਸੇਵ ਕਰ ਦੂਗਾ। ਕਰ ਰਿਹਾ ਕੁਝ ਸੈਕਿੰਡ ਦੇ ਵਿੱਚ, ਹੁਣੇ ਪ੍ਰੋਸੈਸ ਕੰਪਲੀਟ ਹੁੰਦਾ। ਮੈਂ ਤੁਹਾਨੂੰ ਫਾਈਲਾਂ ਦਿਖਾਉਣਾ ਜਿਹੜੀਆਂ ਇਹਨੇ ਸੇਵ ਕਰ ਦੇਣੀਆਂ ਨੇ। ਉਹੀ ਫਾਈਲਾਂ ਆਪਾਂ
पोर्टल च GST ਦੇ पोर्टल ਤੇ ਸਰਕਾਰ ਨੂੰ ਦੇ ਦੇਣੀਆਂ ਨੇ। ਸਰਕਾਰ ਨੂੰ ਦੇਵਾਂਗੇ, ਅਪਲੋਡ ਕਰ ਦੇਵਾਂਗੇ, ਸਰਕਾਰ ਕੋਲ ਪਹੁੰਚ ਜਾਣਗੀਆਂ। ਤਾਂ ਫਿਰ ਸਰਕਾਰ ਨੂੰ ਸਾਡੀ ਸਾਰੀ ਸੇਲ ਦਾ ਪਤਾ ਲੱਗ ਜਾਊਗਾ। GSTR 1 ਬਣ ਰਹੀ ਆ, ਬਣ ਗਈ, ਡਨ। ਹੁਣ ਇਹਨੂੰ ਕਲੋਜ਼ ਕਰ ਦਈਏ। ਇਹਨੂੰ ਚਾਹੇ ਆਪਾਂ ਮਿਨੀਮਾਈਜ਼ ਕਰ ਦਿੰਦੇ ਆ, ਇਹਨੂੰ ਵੀ ਹਲੇ 1 ਮਿੰਟ ਲਈ ਮਿਨੀਮਾਈਜ਼ ਕਰਿਓ। ਤੁਸੀਂ ਦੇਖੋ ਆਹ ਫੋਲਡਰ ਨੂੰ ਹੀ ਬਣ ਗਈ। ਇਹਦੇ ਵਿੱਚ ਜਿਹੜੀ ਆਪਾਂ ਸਮਾਨ ਸੇਲ ਕੀਤਾ ਹੋਇਆ ਉਹਦਾ ਸਾਰਾ ਰਿਕਾਰਡ ਆ ਐਕਸਲ ਦੀ ਫਾਈਲ 'ਚ ਆ ਗਿਆ। ਬਾਕੀ ਫਾਈਲਾਂ ਫਾਲਤੂ ਨਹੀਂ, ਲੋੜ ਵੀ ਨਹੀਂ ਗੀ। ਐਕਸਲ ਦੀ ਫਾਈਲ 'ਚ ਇਹ ਸਾਰਾ ਰਿਕਾਰਡ ਆ ਗਿਆ। ਮੈਂ ਤੁਹਾਨੂੰ ਪਹਿਲਾਂ ਐਕਸਲ ਦੀ ਫਾਈਲ ਦਿਖਾਉਣਾ, ਇਹ ਜਿੰਨਾ ਰਿਕਾਰਡ ਵੀ ਆ ਗਿਆ। ਖੁੱਲ੍ਹਦੀ ਪਈ ਆ ਫਾਈਲ, ਖੁੱਲ੍ਹ ਗਈ। ਇਹਦੇ ਵਿੱਚ ਕੀ ਹੈ, B2B ਆ ਜਿਹੜੇ ਆਪਾਂ ਨੇ ਦੇਖੇ ਸੀ ਨਾ ਬਿੱਲ, 9 ਬਿੱਲ ਸੀਗੇ। ਇਹ 9 ਬਿੱਲਾਂ ਦੀ ਡਿਟੇਲ ਆ ਗਈ, ਕਿਹੜੇ ਪਾਰਟੀ ਨੂੰ, ਆ GST ਨੰਬਰ ਉਹਦਾ, ਪਾਰਟੀ ਨੇਮ, ਇਨਵਾਇਸ ਨੰਬਰ। ਇਹਨੇ ਐਕਸਲ 'ਚ ਫਾਈਲ ਤਿਆਰ ਕਰਤੀ ਸੌਫਟਵੇਅਰ ਨੇ। ਇੱਦਾਂ ਟੈਲੀ ਵੀ ਜਾਂ ਜਿਹੜਾ ਵੀ ਅਕਾਊਂਟਿੰਗ ਸੌਫਟਵੇਅਰ ਤੁਸੀਂ ਯੂਜ਼ ਕਰਦੇ ਹੋ, ਉਸ ਸੌਫਟਵੇਅਰ ਦੇ ਵਿੱਚ ਜ਼ਰੂਰ ਹੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੁੰਦੀ ਹੈ ਕਿ ਉਹ ਤੁਹਾਨੂੰ ਇੱਕ ਇੱਦਾਂ ਦੀ ਫਾਈਲ ਤਿਆਰ ਕਰ ਦੇਵੇ ਜਿਹੜੀ ਸਰਕਾਰ ਨੂੰ ਤੁਸੀਂ ਅਪਲੋਡ ਕਰਕੇ ਭੇਜ ਦੋਗੇ ਅਤੇ ਡਾਟਾ ਇਹ ਸਾਰਾ ਉੱਥੇ ਪਹੁੰਚ ਜਾਊਗਾ। ਇਹ ਪਲੇਸ ਆਫ ਸਪਲਾਈ ਪੰਜਾਬ, ਰਿਵਰਸ ਚਾਰਜ ਨਹੀਂ ਐਪਲੀਕੇਬਲ, GST ਦਾ ਰੇਟ ਕੀ ਹੈ, ਟੈਕਸੇਬਲ ਵੈਲਿਊ ਕਿੰਨੀ ਹੈ, ਇਹ ਸਾਰੇ B2B ਦੇ ਬਿੱਲ ਆ ਗਏ। ਇੱਥੇ B2B ਲਿਖਿਆ ਹੈ ਨਾ, B2CS, B2C ਇਹਦੀ ਹੈ ਹੀ ਨਹੀਂ ਗੀ। ਜੇ ਅਗਰ ਕਿਸੇ ਪਾਰਟੀ ਦੀ, ਕਿਸੇ ਕੰਪਨੀ ਦੀ B2C ਸੇਲ ਹੋਵੇ ਤਾਂ ਉਹਦੇ ਇਕੱਲੇ ਬਿੱਲ ਨੂੰ ਭੇਜਣ ਦੀ ਲੋੜ ਨਹੀਂ ਹੈ। ਸਰਕਾਰ ਕਹਿੰਦੀ ਉਹ ਤੁਹਾਨੂੰ ਇਕੱਲੀ ਸਮਰੀ ਦੇ ਦਿਓ। ਉਹਦੇ 'ਚ ਆਪਾਂ ਕੀ ਭਰਦੇ ਹੁੰਦੇ ਆ, ਸਿਰਫ ਇਹ ਭਰਾਂਗੇ ਕਿਹੜੀ ਸਟੇਟ ਨੂੰ ਸਮਾਨ ਸੇਲ ਕੀਤਾ ਆ, ਕਿੰਨੇ ਰੇਟ ਵਾਲਾ ਆ, ਐਪਲੀਕੇਬਲ ਇੱਥੇ ਰੇਟ 'ਤੇ GST ਰੇਟ ਕਿੰਨਾ ਆ, ਮੰਨ ਲਓ 5% ਹੈ ਜਾਂ 12% ਜਾਂ 18% ਹੈ, ਤਾਂ ਟੈਕਸੇਬਲ ਵੈਲਿਊ ਕਿੰਨੀ ਹੈ, ਉੱਤੇ ਸੈਸ ਹੈ ਤਾਂ ਕਿੰਨਾ। ਬਸ ਇਹ 'ਚ ਸਮਰੀ ਦੇਣੀ ਹੁੰਦੀ ਹੈ ਇਕੱਲੀ। ਮੈਂ ਤੁਹਾਨੂੰ ਦੂਜੀ ਰਿਟਰਨ ਦਾ ਵੀ ਡਾਟਾ ਦਿਖਾ ਦੂੰ ਬਾਅਦ 'ਚ। ਇਹਨਾਂ ਦੀ ਹੈ ਨਹੀਂ, ਇਸ ਲਈ ਖਾਲੀ ਹੋਈ ਆ। ਇਹਨਾਂ ਦੀ ਇਕੱਲੀ B2B ਦੀ ਸੇਲ ਹੀ ਹੈ, B2C ਦੀ ਸੇਲ ਹੈ ਨਹੀਂ ਗੀ। ਇਹ 'ਚ ਸ਼ੀਟਾਂ ਅਲੱਗ-ਅਲੱਗ ਬਣੀਆਂ ਨੇ, B2B, B2C। ਇੱਕ ਐਗਜ਼ੈਂਪਟਡ ਦੀ ਸ਼ੀਟ ਹੈ, ਇਹ 'ਚ ਸਾਡੀ ਸਾਰੀ ਸ਼ੀਟਾਂ ਖਾਲੀ ਨੇ। ਕ੍ਰੈਡਿਟ ਨੋਟ, ਡੈਬਿਟ ਨੋਟ, ਮੈਂ ਇਹਨਾਂ ਬਾਰੇ ਵੀ ਰਿਕਾਰਡਿੰਗ ਤੋਂ ਬਾਅਦ ਸਮਝਾਊਂਗਾ, ਲੰਬਾ ਟੌਪਿਕ ਹੋ ਜਾਣਾ ਹੈ। ਆ ਸ਼ੀਟਾਂ ਬਾਰੇ ਐਕਸਪਲੇਨੇਸ਼ਨ ਅਲੱਗ ਇੱਕ ਲੈਕਚਰ 'ਚ ਦੇਣਾ। ਆ ਐਗਜ਼ੈਂਪਟਡ ਸੇਲ ਦਾ ਇੱਕ ਸ਼ੀਟ ਹੈ, ਇਹਦੇ 'ਚ ਸ਼ੀਟਾਂ ਨੇ। ਮੈਂ ਸ਼ੀਟਾਂ ਬਾਰੇ ਐਕਸਪਲੇਨੇਸ਼ਨ ਬਾਅਦ 'ਚ ਦਊਂਗਾ ਅਲੱਗ ਲੈਕਚਰ 'ਚ। ਤਾਂ ਐਗਜ਼ੈਂਪਟਡ ਦੇ ਵਿੱਚ ਕੰਪਿਊਟਰ ਸ਼ੋਅ ਕਰ ਰਿਹਾ ਸਾਨੂੰ, ਇੱਥੇ ਬਣਿਆ ਹੈ ਦਿਖ ਰਿਹਾ, ਬਟ ਇਹਨਾਂ ਦੀ ਸੇਲ ਹੈ ਨਹੀਂ ਐਗਜ਼ੈਂਪਟਡ ਦਾ ਮਤਲਬ ਉਹ ਸਮਾਨ ਜਿਹਨਾਂ ਦੇ ਉੱਤੇ ਸਰਕਾਰ ਨੇ ਟੈਕਸ ਮਾਫ ਕੀਤਾ ਹੋਇਆ। ਇਹਨਾਂ ਦੀਆਂ ਆਈਟਮਾਂ ਸਾਰੀਆਂ ਟੈਕਸੇਬਲ ਨੇ। HSN ਵਾਈ ਸਮਰੀ, ਜਿਹੜਾ ਸਮਾਨ ਸੇਲ ਕੀਤਾ ਉਹਦੇ 'ਚ ਸਾਰਾ HSN ਇੱਕੋ ਹੀ ਆਈਟਮ ਹੈ, ਬਸ ਇੱਕ ਕਿਸਮ ਦੀ ਆਈਟਮ ਹੈ 4821, ਉਹਦਾ HSN ਨੰਬਰ ਹੈ। ਇਹਦੇ ਵਿੱਚ ਕੀ ਆ ਜਾਂਦਾ, ਆਲ ਟਾਈਪ ਆਫ ਪੇਪਰ ਪ੍ਰਿੰਟਿੰਗ। ਪੈਕੇਟ 'ਚ ਇਹਨਾਂ ਨੇ ਟੋਟਲ ਕੁਆਂਟੀਟੀ 1933 ਸੇਲ ਕੀਤੀ ਹੈ, ਟੋਟਲ ਵੈਲਿਊ ਇਹ ਹੈ, ਆ ਟੈਕਸੇਬਲ ਵੈਲਿਊ ਹੈ, ਇਹਦੇ 'ਤੇ ਟੈਕਸ ਇੰਨਾ। ਇਹ ਸਾਰਾ ਡਾਟਾ ਜਿੰਨਾ ਵੀ ਆਪਾਂ ਹੁਣ ਦੇਖ ਰਹੇ ਹਾਂ ਐਕਸਲ ਦੇ ਵਿੱਚ ਹੈ। ਡਾਕੂਮੈਂਟਸ ਵੀ ਨੇ 'ਚ, ਬਿੱਲ ਕਿੰਨੇ ਕੱਟੇ ਨੇ, ਬਿੱਲ ਨੰਬਰ 21 ਤੋਂ ਬਿੱਲ ਨੰਬਰ 13 ਤੋਂ ਲੈ ਕੇ ਬਿੱਲ ਨੰਬਰ 21 ਤੱਕ 9 ਟੋਟਲ ਬਿੱਲ ਕੱਟੇ ਆ। ਇਹ ਸਾਰਾ ਜੋ ਮੈਂ ਐਕਸਲ 'ਚ ਹਿਸਾਬ ਦਿਖਾ ਰਿਹਾ, ਇਹ ਆਪਾਂ ਗਵਰਨਮੈਂਟ ਦੀ ਪੋਰਟਲ 'ਤੇ ਅਪਲੋਡ ਕਰਨਾ ਆ। ਇਹਨੂੰ ਮੈਂ ਫਾਈਲ ਨੂੰ ਬੰਦ ਕਰ ਦੇਵਾਂ, ਸੇਵ ਕਰਨ ਦੀ ਲੋੜ ਨਹੀਂ ਹੈ, ਪਹਿਲਾਂ ਹੀ ਫਾਈਲ ਸੇਵ ਹੈ। ਜਿਹੜਾ ਐਕਸਲ 'ਚ ਡਾਟਾ ਪਿਆ ਸੇਮ ਉਹੀ ਐਕਸਲ ਤੋਂ ਇੱਕ ਹੋਰ ਫਾਈਲ ਹੈ JSON ਫਾਈਲ। JSON ਫਾਈਲ ਦੇ ਵਿੱਚ ਵੀ ਸੇਮ ਇਹੀ ਕੁਛ ਹੈ। ਇਹਨੂੰ ਓਪਨ ਕਰੋ, ਡਬਲ ਕਲਿੱਕ ਨਾਲ ਖੁੱਲ੍ਹ ਜਾਣਾ ਫਾਈਲ ਨੇ। ਇਹ ਵਰਡ 'ਚ ਫਾਈਲ ਹੈ ਸੇਮ ਜਿਵੇਂ ਉੱਥੇ ਮੈਂ ਦਿਖਾਈ ਸੀ ਸ਼ੀਟ B2B ਵਾਲੀ। ਇੱਥੇ ਆ B2B ਸ਼ੀਟ ਸ਼ੁਰੂ ਹੋ ਗਈ। ਇਸ ਫਾਈਲ ਦੇ ਵਿੱਚ ਆ ਸਪਲਾਇਰ, ਆ ਕਸਟਮਰ ਹੈ, ਬਿੱਲ ਨੰਬਰ 15, ਯਾਨੀ ਜਿਹੜਾ ਐਕਸਲ 'ਚ ਡਾਟਾ ਸੀ ਉਹੀ ਡਾਟਾ ਇਹਨੇ ਆਪਣੇ ਇੱਕ ਹੋਰ ਫਾਰਮੈਟ ਹੈ, ਇੱਕ ਹੋਰ ਕੋਡਿੰਗ ਹੈ, ਉਹਨੂੰ JSON ਕੋਡਿੰਗ ਕਹਿੰਦੇ ਆ, ਉਹ 'ਚ ਇਹਨੇ ਫਾਈਲ ਤਿਆਰ ਕਰਤੀ। ਗੱਲ ਮੈਂ ਹੁਣ ਇਹ ਕਹਿਣ ਲੱਗਿਆ, ਸਮਰੀ ਜੋ ਐਕਸਲ 'ਚ ਹੈ ਉਹੀ ਕੁਛ ਆ ਫਾਈਲ 'ਚ ਵੀ ਹੈ। ਐਕਸਲ ਦੀ ਲੈਂਗੁਏਜ ਸਾਨੂੰ ਸਮਝ ਆਉਂਦੀ ਹੈ, ਜਦੋਂ ਆਪਾਂ ਓਪਨ ਕਰਾਂਗੇ ਸਾਨੂੰ ਸ਼ੀਟਾਂ ਦਿਖਦੀਆਂ ਨੇ। ਲੈਂਗੁਏਜ ਆ ਵੀ ਇੰਗਲਿਸ਼ ਹੀ ਹੈ, ਸਮਝ ਲੱਗਦੀ ਹੈ, ਬਟ ਇਹਨੇ ਕੋਡਿੰਗ ਡਿਫਰੈਂਟ ਕੀਤੀ ਹੋਈ ਹੈ। ਅਤੇ ਜਿਹੜੀ ਫਾਈਲ ਆਪਾਂ ਨੂੰ ਕੰਪਿਊਟਰ ਉੱਥੇ ਪੁੱਛਦਾ ਹੈ ਅਪਲੋਡ ਕਰਨ ਵਾਸਤੇ, ਉਹ ਐਕਸਲ ਨਹੀਂ ਪੁੱਛਦਾ, ਉਹ ਆ ਪੁੱਛਦਾ ਹੈ। ਯਾਨੀ ਉੱਥੇ ਆਪਾਂ ਐਕਸਲ ਭੇਜਾਂਗੇ ਤਾਂ ਉਹਦੇ ਸਮਝ ਨਹੀਂ ਆਉਣੀ ਹੈਗੀ, ਅਤੇ ਜੇ ਆਪਾਂ JSON ਭੇਜਾਂਗੇ ਤਾਂ ਉਹ ਸਮਝ ਲਊਗਾ ਆਪੇ। ਹੁਣ ਮੈਂ ਵਾਪਸ ਉੱਥੇ ਪੋਰਟਲ 'ਤੇ ਚੱਲਿਆ। ਇੱਥੇ ਕੰਪਿਊਟਰ ਪੁੱਛਦਾ ਨਾ ਇਨਵਾਇਸ ਅਪਲੋਡ ਕਰਨ ਵਾਸਤੇ ਫਾਈਲ ਦੱਸੋ, ਮੈਂ ਇਹਨੂੰ ਚੂਜ਼ ਫਾਈਲ 'ਤੇ ਕਲਿੱਕ ਕਰਕੇ
ਡੈਸਕਟਾਪ ਤੇ ਮੈਂ ਫੋਲਡਰ ਬਣਾਈ ਸੀ, ਆਹ ਇਹਦੇ ਵਿੱਚ ਆਹ ਫਾਈਲ ਹੈ। ਯਾਨੀ ਜਿਹੜਾ ਕੁਛ ਮੈਂ ਐਕਸਲ 'ਚ ਤੁਹਾਨੂੰ ਦਿਖਾਇਆ, ਜਿਹੜਾ ਕੁਛ ਅਸੀਂ ਗੌਰਮੈਂਟ ਨੂੰ ਭੇਜਣਾ ਡਾਟਾ, ਉਹ ਸਾਰਾ ਡਾਟਾ ਐ ਸੱਚ ਜੇਸਨ ਫਾਈਲ 'ਚ ਪਿਆ। ਮੈਂ ਇਹ ਜੇਸਨ ਫਾਈਲ ਦਾ ਨਾਮ ਇੱਥੋਂ ਚੂਜ਼ ਕਰਕੇ ਓਪਨ ਕਰੂੰਗਾ, ਯਾਨੀ ਇਹ ਫਾਈਲ ਅਪਲੋਡ ਕਰ ਦੂੰਗਾ। ਹੁਣ ਇਹ ਫਾਈਲ ਅਪਲੋਡ ਹੋ ਰਹੀ ਹੈ, ਅਪਲੋਡ ਹੋ ਗਈ। ਸਮਝ ਲਓ ਡਾਟਾ ਸਾਰਾ ਜਿੰਨਾ ਵੀ ਸਾਡਾ ਜੋ ਰਿਕਾਰਡ ਗੌਰਮੈਂਟ ਨੂੰ ਭਰਨ ਵਾਸਤੇ ਮੰਗਦੀ ਹੈ, ਉਹ ਰਿਕਾਰਡ ਅਸੀਂ ਗੌਰਮੈਂਟ ਨੂੰ ਫਾਈਲ ਅਪਲੋਡ ਕਰਕੇ ਸੈਂਡ ਕਰਤਾ। ਇਹਦੇ ਨਾਲ ਕੀ ਹੋਇਆ, ਗੁਰਪ੍ਰਤਾਪ ਪ੍ਰਿੰਟਿੰਗ ਪ੍ਰੈਸ ਜਿਹਦੀ ਮੈਂ ਰਿਟਰਨ ਭਰ ਰਿਹਾ, ਇਹਨੇ ਜਿਨ੍ਹਾਂ ਨੂੰ ਵੀ ਸਮਾਨ ਵੇਚਿਆ, ਇਹਨੇ ਦੱਸਤਾ ਸਰਕਾਰ ਨੂੰ ਜੀ ਮੈਂ ਆਹ ਪਾਰਟੀ ਨੂੰ ਇੰਨੇ ਦਾ ਸਮਾਨ ਵੇਚਿਆ, ਉਹ 'ਤੇ ਮੈਂ ਇੰਨਾ ਟੈਕਸ ਲੈ ਲਿਆ, ਆਹ ਪਾਰਟੀ ਨੂੰ ਇੰਨਾ ਸਮਾਨ ਵੇਚਿਆ, ਟੈਕਸ ਲੈ ਲਿਆ। ਇਕੱਲਾ ਇਕੱਲਾ ਬਿੱਲ ਇਹਨੇ ਐਂਟਰ ਕਰਕੇ ਗੌਰਮੈਂਟ ਨੂੰ ਪਹੁੰਚਾਤਾ। ਇਹ ਬੈਕ ਟੂ ਫਾਈਲ ਰਿਟਰਨਸ, ਇੱਥੇ ਆ ਲਿਖਿਆ ਜੀ ਯੋਰ ਜੇਸਨ ਫਾਈਲ ਹੈਜ਼ ਬੀਨ ਅਪਲੋਡਡ ਸਕਸੈਸਫੁਲੀ, ਵੈਲੀਡੇਸ਼ਨ ਪ੍ਰੋਸੈਸ may take up to 15 minutes, please revisit accordingly। ਜਨਰਲੀ ਮੈਂ ਕੀ ਕਰਦਾ ਹੁੰਦਾ, ਮੈਂ ਆਮ ਤੌਰ 'ਤੇ ਇਹ ਕਰਦਾ ਹੁੰਦਾ ਕਿ ਇਹ ਕੰਮ ਕਰਨ ਤੋਂ ਬਾਅਦ ਲੌਗ ਆਊਟ ਕਰ ਗਏ, 15 ਮਿੰਟ ਵੇਟ ਕਰਨ ਨਾਲੋਂ ਚੰਗਾ ਕਿ ਹੋਰ ਕੰਮ ਕਰ ਲਿਆ। ਕੁਛ ਮਿੰਟਾਂ ਬਾਅਦ ਦੁਬਾਰਾ ਫਿਰ ਆਪਾਂ ਲੌਗਇਨ ਕਰਾਂਗੇ ਤਾਂ ਹੋ ਜਾਣਾ ਇੱਥੇ ਹੋਣੀ ਡਾਟਾ ਜਲਦੀ। ਬੈਕ ਟੂ ਫਾਈਲ ਰਿਟਰਨਸ 'ਤੇ ਮੈਂ ਕਲਿੱਕ ਕਰਦਾ, ਵਾਪਸ ਦਿਖਾਉਣਾ। ਹੁਣ ਜਿਹੜਾ ਆਪਾਂ ਡਾਟਾ ਅਪਲੋਡ ਕੀਤਾ ਸੀ ਉਹ ਮਾਰਚ ਵਿੱਚ ਪੋਸੀਬਲੀ ਹੁਣੇ ਆ ਗਿਆ ਹੋਊਗਾ। ਹੁਣ ਰਿਟਰਨ ਆਫਲਾਈਨ 'ਤੇ ਪਹਿਲਾਂ ਮੈਂ ਕਲਿੱਕ ਕਰਕੇ ਡਾਟਾ ਅਪਲੋਡ ਕੀਤਾ ਸੀ, ਹੁਣ ਉਹ ਡਾਟਾ ਦੇਖਣਾ ਹੋਵੇ ਵੀ ਅਪਲੋਡ ਹੋ ਗਿਆ ਕਿ ਨਹੀਂ ਹੋਇਆ, ਤਾਂ ਮੈਂ ਰਿਟਰਨ ਪ੍ਰਪੇਅਰ ਆਨਲਾਈਨ 'ਤੇ ਜਾਊਂਗਾ। ਇੱਥੇ ਮੈਨੂੰ ਦਿਖ ਜੂਗਾ ਜੇ ਅਗਰ ਡਾਟਾ ਅਪਲੋਡ ਨਹੀਂ ਹੋਇਆ ਤਾਂ ਵਿਦਨ ਅ ਫਿਊ ਸੈਕਿੰਡਸ 'ਚ ਹੋ ਗਿਆ ਜੀ ਅਪਲੋਡ। ਪਹਿਲਾਂ ਇਹ ਖਾਲੀ ਸੀ, ਆਹ 9 ਇਨਵਾਇਸਾਂ ਲਿਖਿਆ, 9 B2B ਤੇ 9 ਬਿੱਲ ਚੜ੍ਹ ਗਏ। ਟੋਟਲ ਵੈਲਿਊ ਕਿੰਨੀ ਹੈ, ਟੈਕਸੇਬਲ ਵੈਲਿਊ ਕਿੰਨੀ ਹੈ, ਟੋਟਲ ਟੈਕਸ ਦੀ ਲਾਇਬਿਲਿਟੀ ਕਿੰਨੀ ਹੈ, 9675 ਰੁਪਏ ਟੈਕਸ ਇਹਨੇ ਹੁਣ ਦੇਣਾ ਆ, ਇਹ ਚਲੇ ਗਿਆ। ਆ B2C ਲਾਰਜ ਇਨਵਾਇਸਿਸ, ਇਹਦੇ 'ਚ ਹੈਗਾ 2.5 ਲੱਖ। ਹੁਣ ਮੈਂ ਉਹ ਸ਼ੀਟਾਂ ਬਾਰੇ ਵੀ ਐਕਸਪਲੇਨੇਸ਼ਨ ਇੱਥੇ ਦੇ ਸਕਦਾ ਹਾਂ। ਪਹਿਲੀ ਸ਼ੀਟ ਸੀਗੀ B2B, ਇਹ ਤਾਂ ਤੁਹਾਨੂੰ ਕਲੀਅਰ ਹੈ, ਜਿਹੜਾ ਸਮਾਨ ਆਪਾਂ ਨੇ ਡੀਲਰ ਨੂੰ ਵੇਚਿਆ ਹੈ, GST ਡੀਲਰ ਨੂੰ ਵੇਚਿਆ, ਉਹਨਾਂ ਦੀ ਡਿਟੇਲ। ਦੂਜੀ ਸ਼ੀਟ ਹੈਗੀ ਹੈ B2C L, ਇਹਦੇ ਵਿੱਚ ਉਹਨੇ ਲਿਖਿਆ ਕਿ ਜਿਹੜਾ ਸਮਾਨ ਅਸੀਂ ਕੰਜ਼ਿਊਮਰ ਨੂੰ ਵੇਚਿਆ ਉਹਦਾ GST ਨੰਬਰ ਨਹੀਂ ਹੈ, ਲੇਕਿਨ ਇੱਕ ਬਿੱਲ ਦੀ ਅਮਾਊਂਟ 2.5 ਲੱਖ ਤੋਂ ਜ਼ਿਆਦਾ ਹੈ, ਉਹਦੀ ਡਿਟੇਲ ਨੂੰ ਉਹਨੂੰ ਆਪਾਂ ਕਹਿੰਦੇ B2C ਲਾਰਜ। ਯਾਨੀ ਹੈਗੇ B2C ਵਾਲੇ ਬਿੱਲ ਨੇ, ਕੰਜ਼ਿਊਮਰ ਨੂੰ ਸਮਾਨ ਵੇਚਿਆ ਲੇਕਿਨ ਲਾਰਜ ਬਿੱਲ ਨੇ, ਇੱਕ ਬਿੱਲ ਦੀ ਅਮਾਊਂਟ 2.5 ਲੱਖ ਤੋਂ ਜ਼ਿਆਦਾ ਹੈ। ਅਗਰ ਇਸ ਤਰ੍ਹਾਂ ਦਾ ਕੋਈ ਸਮਾਨ ਹੈ ਤਾਂ ਉਹਦੀ ਤੁਹਾਨੂੰ ਇਕੱਲੇ ਬਿੱਲ ਦੀ ਐਂਟਰੀ ਕਰਨੀ ਪਊਗੀ। ਜੇ ਇੱਥੇ ਮੈਂ ਕਲਿੱਕ ਕਰਦਾ ਤਾਂ ਇਹਦੇ ਵਿੱਚ ਮੈਂ ਐਡ ਡਿਟੇਲ 'ਤੇ ਕਲਿੱਕ ਕਰਕੇ ਮੈਂ ਡਿਟੇਲ ਭਰ ਸਕਦਾ ਹਾਂ ਕਿ ਸਮਾਨ ਜਿਹਨੂੰ ਵੇਚਿਆ, ਪਹਿਲਾਂ ਪਲੇਸ ਆਫ ਸਪਲਾਈ ਪੰਜਾਬ ਜਾਂ ਕਿਹੜੀ ਸਟੇਟ ਨੂੰ ਵੇਚਿਆ। ਮੰਨ ਲਓ ਮੈਂ ਇੱਥੇ ਕਰ ਦੇਵਾਂ, ਸਪੋਜ਼ ਕਰੋ ਮੈਂ ਕਰ ਦੇਵਾਂ ਚੰਡੀਗੜ੍ਹ, ਇਹਦਾ ਮਤਲਬ ਕਿ ਜਿਹਨੂੰ ਮੈਂ ਸਮਾਨ ਵੇਚਿਆ ਉਹ ਕਸਟਮਰ ਚੰਡੀਗੜ੍ਹ ਦਾ ਸੀ। ਜੇ ਚੰਡੀਗੜ੍ਹ ਦਾ ਸੀ ਤਾਂ ਫਿਰ ਮੈਂ ਉਹ ਤੋਂ IGST ਲਿਆ ਹੋਊਗਾ, ਉਹਨੂੰ ਇਹ ਬਿੱਲ ਕਿਹੜਾ ਇਸ਼ੂ ਕੀਤਾ, ਕਿੰਨੀ ਤਰੀਕ ਨੂੰ, ਇਹ ਆਪੇ ਇੱਥੇ ਲਿਖਿਆ ਗਿਆ ਇੰਟਰ ਸਟੇਟ, ਕਿਉਂਕਿ ਮੈਂ ਪੰਜਾਬ ਦਾ ਅਤੇ ਚੰਡੀਗੜ੍ਹ ਦਾ। ਜੇ ਮੈਂ ਇੱਥੇ ਪੰਜਾਬ ਹੀ ਕਰ ਦੇਵਾਂ 03/03/03, ਇਹਦਾ ਮਤਲਬ ਵਿਦਿਨ ਸਟੇਟ ਹੈ। ਫਿਰ ਇਹਦਾ ਮਤਲਬ ਫਿਰ ਕੀ ਹੋਊਗਾ, IGST ਨਹੀਂ ਹੋਊਗਾ। ਪੰਜਾਬ ਕਿੱਥੇ ਗਿਆ, KLMNOP, ਇਹ ਆ ਪੰਜਾਬ। ਤਾਂ ਜੇ ਮੈਂ ਪੰਜਾਬ 'ਤੇ ਕਲਿੱਕ, ਕੀ ਗੱਲ ਹੋਈ, ਹੁੰਦਾ ਹੀ ਨਹੀਂ ਹੈ। ਪੰਜਾਬ 'ਤੇ ਨਾ ਕਰਸਰ ਨਹੀਂ ਜਾਂਦਾ ਹੈਗਾ। ਦੁਬਾਰਾ ਖੋਲ੍ਹਿਓ ਇੱਕ ਵਾਰੀ, ਜਦੋਂ ਭਰਿਆ ਗਿਆ ਨਾ ਉੱਥੇ ਇੰਟਰਸਟੇਟ ਆ ਗਿਆ, ਇਹਨੂੰ ਮੈਂ ਇੱਕ ਵਾਰੀ ਬੈਕ ਕਰਦਾ, ਵਾਪਸ ਪਿੱਛੇ ਗਿਆ, ਦੁਬਾਰਾ ਦੀ ਮੈਂ ਇੱਥੇ ਆਉਣਾ, ਇੱਥੇ ਮੈਂ ਐਡ ਡਿਟੇਲਸ 'ਤੇ ਕਲਿੱਕ ਕਰਦਾ। ਇਹ ਤਾਂ ਹੈ ਨਹੀਂ ਕੋਲ ਡਿਟੇਲ, ਵੈਸੇ ਮੈਂ ਦੱਸਦਾ ਵੀ ਜੇ ਆਪਾਂ ਐਡ ਕਰਨਾ ਹੋਵੇ ਤਾਂ। ਅੱਛਾ, ਨਾ ਕੁਛ ਐਡ ਕਰੀਏ ਫਿਰ ਇੰਟਰਸਟੇਟ ਫਿਰ ਹੋ ਗਿਆ, ਮੇਰੇ ਤੋਂ ਫਿਰ ਗਲਤੀ ਹੋ ਗਈ, ਮੈਂ ਬੈਕ ਕਰਦਾ, ਅਗੇਨ ਇਹ 'ਚ ਗਿਆ। ਹੁਣ ਮੈਂ ਐਡ ਡਾਟਾ ਡਿਟੇਲ ਗਿਆ ਨਾ,
अच्छा, सप्लाई टाइप आपे इंटरेस्टेड है। 2 मिनट की ये है ही आउटवर्ड सप्लाई है, यानी कि B2C L ਦੇ B2CS ਜਿਹੜੇ ਨਾ ਸੌਰੀ B2C ਲਾਰਜ ਇਹਦੇ ਵਿੱਚ ਹੈ ਹੀ ਇਹੀ ਹੈ। ਮੈਂ ਗਲਤ ਕਹਿ ਗਿਆ ਸੀ। ਇਹ ਸਮਾਨ ਜਿਹੜਾ ਅਸੀਂ ਇੰਟਰਸਟੇਟ ਵੇਚਿਆ ਹੋਵੇ ਔਰ ਜਿਹਨੂੰ ਵੇਚਿਆ ਉਹਦਾ GST ਨੰਬਰ ਨਹੀਂ ਹੈਗਾ ਔਰ ਉਹਦੀ ਬਿੱਲ ਦੀ ਅਮਾਊਂਟ 2.5 ਲੱਖ ਤੋਂ ਜ਼ਿਆਦਾ ਹੈ। ਟੈਕਸੇਬਲ ਆਊਟਵਰਡ ਸਪਲਾਈ ਟੂ ਅਨਰਜਿਸਟਰਡ ਪਰਸਨ ਵੇਅਰ ਪਲੇਸ ਆਫ ਸਪਲਾਈ ਇਜ਼ ਅਦਰ ਦੈਨ ਤੁਹਾਡੀ ਆਪਣੀ ਸਟੇਟ, ਯਾਨੀ ਇੰਟਰਸਟੇਟ ਸਪਲਾਈ ਬਟ GST ਡੀਲਰ ਨਹੀਂ ਹੈਗਾ, 2.5 ਲੱਖ ਤੋਂ ਵੱਧ ਦੀ ਅਮਾਊਂਟ ਹੈ। ਇੱਦਾਂ ਦਾ ਬਿੱਲ ਹੈ ਨਹੀਂ ਕੋਈ, ਇਸ ਕਰਕੇ ਆਪਾਂ ਇਹਨੂੰ ਖਾਲੀ ਛੱਡਿਆ। ਇੱਦਾਂ ਹੀ ਕ੍ਰੈਡਿਟ ਨੋਟ, ਡੈਬਿਟ ਨੋਟ। ਡੈਬਿਟ ਨੋਟ, ਕ੍ਰੈਡਿਟ ਨੋਟ ਕੀ ਹੁੰਦੇ ਨੇ? ਮੈਂ ਸਮਾਨ ਕਿਸੇ ਨੂੰ ਵੇਚਿਆ, ਬਾਅਦ 'ਚ ਉਹ ਤੋਂ ਵਾਪਸ ਆ ਗਿਆ, ਵਾਪਸ ਆ ਗਿਆ ਤਾਂ ਆਪਾਂ ਉਹਨੂੰ ਫਿਰ ਕ੍ਰੈਡਿਟ ਨੋਟ ਇਸ਼ੂ ਕਰ ਦਿੰਦੇ ਹਾਂ। ਅਤੇ ਜਿਵੇਂ ਹੁਣ ਆਹ 9 ਬਿੱਲ ਨੇ, 9 ਬਿੱਲ ਕੱਟੇ, 9 ਵਿੱਚੋਂ ਕਿਸੇ ਇੱਕ ਨੂੰ ਕੋਈ ਇਸ ਤਰ੍ਹਾਂ ਦਾ ਸਮਾਨ ਵਿੱਚ ਅਸੀਂ ਭੇਜਤਾ ਜਿਹੜਾ ਉਹਨੇ ਮੰਗਿਆ ਹੀ ਨਹੀਂ ਸੀ, ਜਾਂ ਸਾਡਾ ਸਮਾਨ ਕੁਆਲਿਟੀ ਦਾ ਨਹੀਂ ਸੀ, ਉਹਨੇ ਸਾਨੂੰ ਵਾਪਸ ਕਰਤਾ ਤਾਂ ਆਪਾਂ ਉਹਦਾ ਕ੍ਰੈਡਿਟ ਨੋਟ ਇਸ਼ੂ ਕਰ ਦਾਂਗੇ। ਤਾਂ ਕ੍ਰੈਡਿਟ ਨੋਟ ਇਸ਼ੂ ਕਰਾਂਗੇ ਤਾਂ ਉਹਦੀ ਡਿਟੇਲ ਇਹ 'ਚ ਭਰੀ ਜਾਂਦੀ ਹੈ। ਇੱਥੇ 0 ਹੈ, ਇਹਦਾ ਮਤਲਬ ਸਾਡਾ ਇਸ ਤਰ੍ਹਾਂ ਦਾ ਕੋਈ ਬਿੱਲ ਹੈ ਨਹੀਂ ਸੀ। ਇਹਦੇ 'ਚ ਕੀ ਹੋਊਗਾ, ਆਹ ਜਿਹੜਾ ਬਿੱਲ ਹੈ ਇਹਦਾ ਮਤਲਬ ਹੈਗਾ ਕਿ ਸਮਾਨ ਆਪਾਂ ਨੇ ਸੇਲ ਕੀਤਾ, ਇਹਦਾ ਟੈਕਸ ਅਸੀਂ ਸਰਕਾਰ ਨੂੰ ਦੇਣਾ। ਜਿਹੜਾ ਇੱਥੇ ਐਂਟਰੀ ਕਰਾਂਗੇ ਉਹ ਓਨਾ ਮਾਈਨਸ ਹੋ ਜਾਊਗਾ, ਓਨਾ ਸਾਡਾ ਦੇਣਦਾਰੀ ਘੱਟ ਜਾਊਗੀ। ਇੱਕ ਮਿੰਟ ਜੀ, ਹੈਲੋ, ਹਾਂਜੀ ਕੰਚਨ, 10 ਵਜੇ ਮੌਲ, ਹਾਂ ਕੱਲ੍ਹ ਲੱਗੀ ਸੀ, ਕੱਲ੍ਹ ਆਈ ਨਹੀਂ, ਉਹਨੂੰ ਕਹਿ ਦਿਓ ਮੈਂ ਉੱਪਰ ਨਾ ਰਿਕਾਰਡਿੰਗ ਕਰ ਰਹੀ ਹਾਂ ਆਪਣੀ ਕਲਾਸ ਦੀ, ਉੱਪਰ ਉਹਨੂੰ ਜਿਹਦੀ 9 ਵਜੇ ਕਲਾਸ ਉਹਨੂੰ ਕੱਲ੍ਹ ਤੋਂ ਸ਼ੁਰੂ ਕਰੋ, ਇਹਦੀ 10 ਵਜੇ ਅੱਜ ਤੋਂ ਲਗਾ ਦਿਓ। ਇਹ ਤੋਂ ਫੀਸ, ਇਹਨੂੰ ਕੋਈ ਫੀਸ 70 ਕਰੋਗੇ, ਦੂਜੀ ਨੂੰ ਵੀ। ਇਸ ਤਰ੍ਹਾਂ ਹੀ ਆਹ ਹੈਗੇ ਨੇ ਡੈਬਿਟ ਕ੍ਰੈਡਿਟ ਨੋਟ ਰਜਿਸਟਰਡ ਡੀਲਰ ਦੇ, ਆਹ ਹੈਗੇ ਅਨਰਜਿਸਟਰਡ ਦੇ। ਅਨਰਜਿਸਟਰਡ ਨੂੰ ਸਮਾਨ ਵੇਚਿਆ ਸੀ ਲੇਕਿਨ ਵਾਪਸ ਆ ਗਿਆ, ਤੋ ਜਿਹੜਾ ਡੈਬਿਟ ਕ੍ਰੈਡਿਟ ਨੋਟ ਹੈ, ਕ੍ਰੈਡਿਟ ਨੋਟ ਹੀ ਮੰਨੋ ਵਿੱਚ ਅਸੀਂ ਸਮਾਨ ਵਾਪਸ ਲਿਆ, ਉਹਨੂੰ ਅਸੀਂ ਕ੍ਰੈਡਿਟ ਨੋਟ ਇਸ਼ੂ ਕਰਤਾ, ਤਾਂ ਉਨੇ ਰੁਪਏ ਦਾ ਟੈਕਸ ਸਾਡਾ ਮਾਈਨਸ ਹੋ ਜਾਊਗਾ। ਆਹ ਟੈਕਸ ਸਾਡੀ ਦੇਣਦਾਰੀ ਹੈ, ਜਿਹੜਾ ਇੱਥੇ ਟੈਕਸ ਹੈ ਇਹ ਸਾਡਾ ਉਹਨਾਂ ਦੇਣਦਾਰੀ ਘਟੂਗੀ। ਇੱਦਾਂ ਹੀ ਇੱਥੇ ਸਾਡੀ ਦੇਣਦਾਰੀ ਘਟੂਗੀ। ਐਕਸਪੋਰਟ ਜਿਹੜਾ ਇੰਡੀਆ ਤੋਂ ਬਾਹਰ ਸਮਾਨ ਗਿਆ ਹੈ ਨਹੀਂ ਕੋਈ। ਅਮੈਂਡਮੈਂਟ ਇਨ B2B ਇਨਵਾਇਸ, ਮੰਨ ਲਓ ਪਿਛਲੇ ਮਹੀਨੇ 'ਚ ਆਪਾਂ ਕੋਈ ਰਿਟਰਨ ਭਰੀ ਸੀ, ਉਸ ਮਹੀਨੇ ਦੀ ਰਿਟਰਨ ਤੋਂ ਬਾਅਦ ਆਪਾਂ ਨੇ ਕੋਈ ਗਲਤੀ ਦੇਖ ਲਈ, ਸਾਡੀ ਗਲਤੀ ਹੋ ਗਈ ਸੀਗੀ, ਉਹ ਰਿਟਰਨ ਭਰਨ ਤੋਂ ਬਾਅਦ ਗਲਤੀ ਠੀਕ ਨਹੀਂ ਹੁੰਦੀ ਹੈਗੀ, ਲੇਕਿਨ ਅਗਲੇ ਮਹੀਨੇ ਆਪਾਂ ਅਮੈਂਡਮੈਂਟ ਪਾ ਸਕਦੇ ਹਾਂ। ਅਗਰ ਹੈ ਤਾਂ, ਆਪਣੀ ਹੈ ਨਹੀਂ ਕੋਈ, ਸੋ 0। ਇੱਥੇ ਹੈਗਾ ਅਮੈਂਡਡ B2C ਲਾਰਜ, ਜਿੰਨੀਆਂ ਵੀ ਸ਼ੀਟਾਂ ਨੇ ਸਭ ਦੀ ਅਮੈਂਡਮੈਂਟ ਵਾਲੀ ਸ਼ੀਟ ਹੈ। ਜਿਵੇਂ B2C L ਹੈ ਨਾ, ਇਹਦੇ ਵਿੱਚ ਜੇ ਕੋਈ ਅਮੈਂਡਮੈਂਟ ਕੀਤੀ ਹੋਵੇ ਤਾਂ ਪੁਰਾਣੀ ਰਿਟਰਨ ਭਰਨ ਤੋਂ ਬਾਅਦ ਹੈ ਨਹੀਂ, ਸਾਰੇ 0 ਨੇ। ਲਾਸਟ ਮੈਂ ਤੁਹਾਨੂੰ ਆਹ ਦੱਸਣ ਲੱਗਿਆ B2CS, ਇਹ ਹੈਗਾ ਜਿਹੜਾ ਆਪਾਂ ਨੇ ਸਮਾਨ ਸੇਲ ਕੀਤਾ ਕੰਜ਼ਿਊਮਰ ਨੂੰ, ਜਿਵੇਂ ਮਿਲਣ ਕਿੰਨਾ ਸਟੋਰ 'ਚ ਆਪਾਂ ਦੇਖੀ ਸੀ ਕਾਫੀ ਸਾਰੇ ਬਿੱਲ ਕੰਜ਼ਿਊਮਰ ਨੂੰ ਗਏ ਸੀ, ਉਹਦੀ ਇਕੱਲੀ ਸਮਰੀ ਦੇਣੀ ਹੈ, ਇਕੱਲਾ ਬਿੱਲ ਨਹੀਂ ਦੇਣਾ ਹੈਗਾ। ਜਿਹੜਾ B2B ਉਹਦੀ ਇਕੱਲਾ ਬਿੱਲ ਦਿੱਤਾ ਹੈ, ਜੇ 9 ਬਿੱਲ ਕੱਟਿਆ ਤਾਂ 9 ਹੀ ਦਿੱਤੇ, ਜੇ 50 ਬਿੱਲ ਕੱਟਿਆ, 1000 ਬਿੱਲ ਕੱਟਿਆ, ਜਿੰਨੇ ਬਿੱਲ ਕੱਟਿਆ ਇਕੱਲਾ ਬਿੱਲ ਐਂਟਰ ਕੀਤਾ, ਲੇਕਿਨ ਇਹਦੇ ਵਿੱਚ ਇਕੱਲੀ ਸਮਰੀ ਦੇਣੀ ਹੈ। ਇਹਨਾਂ ਦੀ ਹੈ ਨਹੀਂ ਗੀ, ਇਸ ਕਰਕੇ ਖਾਲੀ ਹੈ। ਜੇ ਹੋਵੇ ਤਾਂ ਆਪਾਂ ਇੱਥੇ ਐਡ ਵੀ ਕਰ ਸਕਦੇ ਹਾਂ, ਪਰ ਐਡ ਕਰਨ ਦੀ ਲੋੜ ਨਹੀਂ ਸੀ ਪੈਣੀ। ਜੇ ਹੁੰਦੀ ਤਾਂ ਆਪਣੀ ਫਾਈਲ ਅਪਲੋਡ ਜਦੋਂ ਕੀਤੀ ਨਾਲ ਹੀ ਚੱਲ ਜਾਣੀ ਸੀ। ਵੀ ਇਹਦੇ ਵਿੱਚ ਭਰਦੇ ਹਾਂ ਕਿ ਕਿਹੜੇ ਸਟੇਟ ਨੂੰ ਸਮਾਨ ਵੇਚਿਆ, ਕਿਹੜੀ ਸਟੇਟ ਨੂੰ ਕਿੰਨੀ ਟੈਕਸੇਬਲ ਵੈਲਿਊ ਹੈ, ਔਰ ਜਦੋਂ ਭਰਾਂਗੇ ਤਾਂ ਅੱਗੇ ਪੁੱਛੂਗਾ ਟੈਕਸ ਦਾ ਰੇਟ ਕੀ ਹੈ। ਅਤੇ ਸੇਵ 1 2 3 ਇੱਦਾਂ ਆਪਾਂ ਐਂਟਰੀਆਂ ਭਰ ਸਕਦੇ ਹਾਂ ਕਿ 5% ਨੂੰ ਕਿੰਨਾ, 12% ਵਾਲਾ ਕਿੰਨਾ, 18% ਵਾਲਾ ਕਿੰਨਾ, 28 ਵਾਲਾ ਕਿੰਨਾ, ਉਹਦੀ ਟੈਕਸ ਦੀ ਅਮਾਊਂਟ ਕਿੰਨੀ ਹੈ, ਟੈਕਸੇਬਲ ਵੈਲਿਊ ਕਿੰਨੀ ਹੈ, ਕਿਹੜੀ ਸਟੇਟ ਨੂੰ ਸਮਾਨ ਸੇਲ ਕੀਤਾ। ਆਪਣੀ ਹੈ ਨਹੀਂ, ਇਸ ਕਰਕੇ ਖਾਲੀ ਹੈ। ਮੈਂ ਬੈਕ ਕਰਨ ਲੱਗਿਆ। ਇਹ ਸਾਰੀਆਂ ਡਿਟੇਲਸ ਗਵਰਨਮੈਂਟ ਕੋਲ ਸਾਡੇ ਵੱਲੋਂ ਭਰੀਆਂ ਜਾ ਚੁੱਕੀਆਂ ਹਨ, ਜੋ ਸਾਨੂੰ ਭਰਨ 'ਚ ਜ਼ਰੂਰਤ ਸੀਗੀਆਂ। ਹੁਣ ਐਂਡ 'ਤੇ ਕੀ ਹੈ, ਆਹ HSN ਸਮਰੀ ਵੀ ਹੈ, ਯਾਨੀ ਸਾਰਾ ਕੁਛ ਜਿਵੇਂ ਆਪਾਂ ਐਕਸਲ ਸ਼ੀਟ 'ਚ ਦੇਖਿਆ ਸੀ, ਉਹ ਸਾਰਾ ਕੁਛ ਇੱਥੇ ਆ ਗਿਆ। ਡਾਕੂਮੈਂਟ ਇਸ਼ੂ ਇਹ ਵੀ ਆ ਗਿਆ। ਇਹ ਸਾਰਾ ਕੁਛ ਅਸੀਂ ਹੁਣ ਲਾਸਟ 'ਤੇ ਕੀ ਕਰਨਾ ਹੁੰਦਾ ਆ, ਜਨਰੇਟ GSTR 1 ਸਮਰੀ, ਇਹਨੂੰ ਕਲਿੱਕ ਕਰਕੇ, ਇਹ ਤਾਂ ਪਹਿਲੀ ਸਮਰੀ ਬਣੀ ਹੋਈ ਹੈ, ਫਿਰ ਵੀ ਆਪਾਂ ਜੇ ਕੋਈ ਚੇਂਜ ਕੀਤੀ ਹੁਣ ਤਾਂ ਇਹਨੂੰ ਕਲਿੱਕ ਕਰਾਂਗੇ
ਤੇ ਆਪਾਂ ਨੇ ਕੋਈ ਚੇਂਜ ਨਹੀਂ ਕੀਤੀ। ਮੈਂ ਸਿੰਪਲੀ ਇਹ ਕਰ ਦਿੰਦਾ, ਆਈ ਐਕਨੋਲਜ ਦੈਟ ਆਈ ਹੈਵ ਰਿਵਿਊਡ, ਮੈਂ ਇਹ ਸਾਰਾ ਕੁਝ ਚੈੱਕ ਕਰ ਲਿਆ ਜੀ, ਠੀਕ ਹੈ। ਸਬਮਿਟ ਤੇ ਕਲਿੱਕ ਕਰਾਂਗੇ ਤਾਂ ਇਹ ਰਿਟਰਨ ਸੇਵ ਹੋ ਜੂਗੀ। ਹਾਲੇ ਆਪਾਂ ਚੇਂਜਸ ਕਰ ਸਕਦੇ ਹਾਂ, ਪਰ ਮੇਰੀ ਡਿਊਟੀ ਇਹ ਬਣਦੀ ਹੈ ਕਿ ਮੈਂ ਇੱਕ ਵਾਰੀ ਉਹਨੂੰ ਪੁੱਛ ਲਵਾਂ, ਜੋ ਡਾਟਾ ਭੇਜਿਆ ਇੰਨੇ ਬਿੱਲ ਨੇ ਜੀ, 9 ਬਿੱਲ ਸੀਗੇ, ਉਹਨੂੰ ਕਹੂਗਾ ਹਾਂ ਕਨਫਰਮ ਹੋ ਗਿਆ, ਫਿਰ ਮੈਂ ਸਬਮਿਟ ਤੇ ਕਲਿੱਕ ਕਰਾਂਗਾ। ਕਿਤੇ ਉਹ ਬਾਅਦ 'ਚ ਕਹੇ ਜੀ ਇਹ ਤਾਂ ਬਿੱਲ ਹਲੇ ਹੈ ਹੀ ਨਹੀਂ, ਮੈਂ ਫਿਰ ਵੀ ਇੱਕ ਵਾਰ ਦੇਖ ਲਵਾਂ, ਇੱਥੋਂ ਮੈਂ ਮਿਲਾ ਵੀ ਲਵਾਂ। ਉਹਨੇ ਮੈਨੂੰ ਡਾਟਾ ਭੇਜਿਆ ਦਿਸ ਮੰਥ ਦਾ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ, ਯੈਸ। ਉਹਨੂੰ ਮੈਂ ਪੁੱਛ ਲੂੰਗਾ ਤੇਰਾ ਇੰਨਾ ਟੈਕਸ ਬਣਦਾ, ਇਹਨਾਂ ਤੇ ਕੋਈ ਹੈਗਾ ਨਾ ਕਲੈਕਟ ਕੀਤਾ ਹੋਇਆ, ਉਹ ਕਹੂਗਾ ਹਾਂ, ਦੈਨ ਮੈਂ ਸਬਮਿਟ ਕਰਾਂ। ਖਰਾਣਾ ਮੋਟਰ ਜੀ। ਤੇ ਜੇ ਮੈਂ ਇੱਕ ਵਾਰੀ ਸਬਮਿਟ ਕਰਤਾ ਫਿਰ ਇੱਦਾਂ ਹੀ ਫਾਈਲ ਹੋ ਜਾਣਾ, ਫਿਰ ਆਪਾਂ ਚੇਂਜਸ ਨਹੀਂ ਕਰ ਸਕਦੇ। ਖੈਰ ਇਹਦਾ ਹੈ ਤਾਂ ਠੀਕ ਹੀ ਹੈ, ਮੈਂ ਇਹਨੂੰ ਸਬਮਿਟ ਕਰ ਦਿੰਦਾ। ਹੁਣ ਜਿਹੜਾ ਜਦੋਂ ਮੈਂ ਸਬਮਿਟ ਕਰੂੰਗਾ ਤਾਂ ਸਰਕਾਰ ਨੂੰ ਇਹ ਪਤਾ ਲੱਗ ਜਾਊਗਾ ਕਿ 4800 ਰੁਪਏ ਟੈਕਸ, 4838 ਰੁਪਏ ਟੈਕਸ ਬਣਨੇ ਹੈ ਨਾ, 4838 ਇੱਕ, 4838 ਦੂਜਾ, यानी ਇਹਦਾ ਜੋੜ ਆ ਜਾਊਗਾ 48 ਤੋਂ 9676 ਰੁਪਏ। तो 9676 ਰੁਪਏ ਟੈਕਸ ਸਰਕਾਰ ਨੂੰ ਜਿਹਦੇ ਪਤਾ ਲੱਗ ਜਾਣਾ ਵੀ ਇਹਦਾ ਆਉਣਾ ਆ। ਟੈਕਸ ਜਮ੍ਹਾਂ ਕਰਾਉਣ ਦੀ ਡੇਟ 20 ਤਰੀਕ ਲਾਸਟ ਹੈ, ਉਹਦੀ ਰਿਟਰਨ ਫਿਰ ਅਲੱਗ ਭਰਨੀ ਹੈ। ਮੈਂ ਇਹਨੂੰ ਸਬਮਿਟ ਕਰਨ ਲੱਗੇ ਹੀ ਹਾਂ। ਉਹ ਕਹਿੰਦਾ ਯੂ ਆਰ ਅਬਾਊਟ ਟੂ ਸਬਮਿਟ GSTR 1। ਜੇ ਤੁਸੀਂ ਇੱਕ ਵਾਰੀ ਪ੍ਰੋਸੀਡ ਕਰਤਾ ਫਿਰ ਤੁਸੀਂ ਚੇਂਜ ਨਹੀਂ ਕਰ ਸਕਦੇ, ਫਿਰ ਟੈਕਸ ਦੀ ਲਾਇਬਿਲਿਟੀ ਪੱਕਾ ਬਣ ਜਾਣੀ ਹੈ ਵੀ ਇੰਨਾ ਟੈਕਸ ਬਣ ਜਾਣਾ ਤੁਹਾਡਾ। ਮੈਂ ਇੱਕ ਵਾਰੀ ਕਨਫਰਮ ਕਰ ਹੀ ਲੈਂਦਾ। ਇਹ ਗਲਤ ਹੋ ਗਿਆ, ਇਹਦੇ ਬਾਅਦ ਮੈਂ ਗੱਲ ਕਰਨੀ ਸੀ। ਹਾਲੇ ਮੈਂ ਪ੍ਰੋਸੀਡ ਨਹੀਂ ਕੀਤਾ ਨਾ, ਤੇ 48 ਤੋਂ 9676 ਟੈਕਸ ਬਣਦਾ ਆ। ਹੈਲੋ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਜੀ? ਤੁਹਾਡਾ ਟੈਕਸ ਨਾ ਜੀ ਮਹੀਨੇ ਮਾਰਚ ਦਾ ਬਿੱਲ ਤੁਸੀਂ ਜਿਹੜੇ ਕੱਟੇ ਹੋਏ ਨੇ ਉਹਦਾ ਬਣਦਾ ਹੈਗਾ 9676। ਬਾਕੀ ਜਿਹੜਾ ਤੁਸੀਂ ਸਮਾਨ ਖਰੀਦਿਆ ਹੋਇਆ ਉਹਦੀ ਮੈਂ ਹਾਲੇ ਦੇਖਣੀ ਹੈ ਡਿਟੇਲ, ਠੀਕ ਹੈ ਨਾ? ਆਹ ਸਾਰੇ ਬਿੱਲ ਕੱਟੇ ਹੋਏ ਨੇ ਨਾ? ਹਾਂ ਜੀ ਠੀਕ ਹੈ। ਖਰੀਦ ਤਾਂ ਤੁਹਾਡੀ ਇੱਕੋ ਹੀ ਹੋਈ ਹੈ ਬਸ 247 ਦੀ, ਬਾਕੀ ਟੈਕਸ ਜਮ੍ਹਾਂ ਹੋਇਆ ਇਸ ਵਾਰੀ, ਠੀਕ ਹੈ ਜੀ, ਓਕੇ ਜੀ। ਕਨਫਰਮ ਕਰ ਲਿਆ ਕਿ ਖਰੀਦ ਉਹਦੀ ਥੋੜ੍ਹੀ ਹੋਈ ਆ, ਸਮਾਨ ਵੇਚਿਆ ਕਾਫੀ ਹੋਇਆ, ਉਹਦਾ ਸਾਰਾ ਟੈਕਸ ਉਹਨੇ ਜਮ੍ਹਾਂ ਕਰਵਾਉਣਾ ਹੈ। ਪ੍ਰੋਸੀਡ 'ਤੇ ਮੈਂ ਕਲਿੱਕ ਕਰ ਦਿੰਦਾ। ਹੁਣ ਇਹ ਸੇਵ ਹੋ ਗਿਆ। ਹੁਣ ਜਦੋਂ ਸੇਵ ਹੋ ਗਿਆ ਤਾਂ ਉਹ ਕਹਿੰਦਾ ਸਮਰੀ ਡਿਸਪਲੇਡ ਤਾਂ ਹੋ ਗਿਆ ਨਾ, ਸਬਮਿਟ ਰਿਕੁਐਸਟ ਰਿਸੀਵਡ, ਪਲੀਜ਼ ਚੈੱਕ ਸਟੇਟਸ ਇਨ ਸਮ ਟਾਈਮ। ਹੁਣ ਇੱਥੇ ਇਹ ਮੈਂ ਪ੍ਰੈਕਟੀਕਲ ਦੇਖਿਆ 10-15 ਮਿੰਟ ਲਗਾ ਦਿੰਦਾ ਆ ਅਗਲੇ ਸਟੈਪ 'ਤੇ ਆਉਣ ਨੂੰ। ਅਗਲਾ ਸਟੈਪ ਕੀ ਹੈ? ਫਾਈਲ ਰਿਟਰਨ। ਫਾਈਲ ਰਿਟਰਨ ਵਾਲਾ ਜਿਹੜਾ ਪ੍ਰੋਸੈਸ ਹੈ, ਜੇ ਮੈਂ ਇਹਨੂੰ ਕਲਿੱਕ ਕਰਕੇ, ਇਹ ਬਟਨ ਹਾਲੇ ਐਕਟੀਵੇਟਡ ਨਹੀਂ ਹੈਗਾ। ਇਹ ਜੇ ਮੈਂ ਇਹਨੂੰ ਕਹੂੰਗਾ ਕਰਦੇ ਫਾਈਲਿੰਗ ਤਾਂ ਕਹੂਗਾ ਹਾਲੇ ਸਮਰੀ ਬਣਾਉਣ ਤੋਂ ਰਹਿੰਦੀ ਹੈ, ਉਹ 10 ਮਿੰਟ ਤੋਂ ਬਾਅਦ ਹੀ ਸਮਰੀ ਬਣਦੀ ਹੈ। ਡਾਟਾ ਅਪਲੋਡ ਹੋ ਗਿਆ, ਚਲਾ ਗਿਆ। ਹੁਣ ਮੈਂ ਫਾਈਲਿੰਗ ਦਾ ਪ੍ਰੋਸੈਸ 'ਤੇ ਦੁਬਾਰਾ, ਹੁਣ ਤਾਂ ਮੈਂ ਇੱਕ ਵਾਰੀ ਐਂ ਕਰਨ ਲੱਗਿਆ, ਰਿਟਰਨਸ 'ਤੇ ਦੁਬਾਰਾ ਗਿਆ, ਬਾਹਰ ਆ ਗਿਆ, ਮੇਨ 'ਤੇ ਆ ਗਿਆ, ਜਿੱਥੇ ਰਿਟਰਨਸ ਚੂਜ਼ ਕਰਨਾ ਕਿਹੜੇ ਮਹੀਨੇ ਦੀ ਰਿਟਰਨ ਹੈ। ਮੈਂ ਇਹਨੂੰ ਕਹਿਣ ਲੱਗਿਆ ਮਾਰਚ ਦੀ ਰਿਟਰਨ ਹੈ। GSTR 1 ਸਬਮਿਟ ਹੋ ਗਈ ਹੈ। ਫਾਈਲ 'ਤੇ ਜਦੋਂ ਮੈਂ ਕਲਿੱਕ ਕਰੂੰਗਾ ਤਾਂ ਫਾਈਲਿੰਗ ਹੋਊਗੀ, ਬਟ ਇਹਨੂੰ 10-15 ਮਿੰਟ ਲੱਗਣੇ ਆ। ਮਤਲਬ ਹੁਣ ਆਪਾਂ ਕਰ ਨਹੀਂ ਪਾਵਾਂਗੇ, ਕਰਨਾ ਇਹੀ ਹੈ ਜਦੋਂ ਫਾਈਲ GSTR 1 'ਤੇ ਕਲਿੱਕ ਕਰਾਂਗੇ ਤਾਂ ਕੰਪਿਊਟਰ ਸਾਨੂੰ ਉੱਥੇ OTP ਭੇਜੂਗਾ ਜਿਹੜਾ ਇਹਦਾ ਰਜਿਸਟਰਡ ਮੋਬਾਈਲ ਨੰਬਰ ਹੈ, ਅਤੇ ਉਹ ਤੋਂ OTP ਮੈਂ ਲੈ ਲੂੰਗਾ ਫ਼ੋਨ 'ਤੇ, OTP ਭਰ ਦੂੰਗਾ, ਰਿਟਰਨ ਫਾਈਲ ਹੋ ਜੂਗੀ। ਬਟ ਹੁਣ ਕੀ ਹੋਊਗਾ, ਜਦੋਂ ਮੈਂ ਇਹਨੂੰ ਕਲਿੱਕ ਕਰਦਾ ਹਾਂ ਤਾਂ ਉਹ ਕਹੂਗਾ ਹਾਲੇ ਜਨਰੇਟ ਨਹੀਂ ਹੋਈ ਹੈਗੀ ਸਮਰੀ। ਫਾਈਲ 'ਤੇ ਨਾ ਜਦੋਂ ਜਾਂਦਾ ਨਾ, ਹਾਲੇ ਬਟਨ ਕੰਮ ਨਹੀਂ ਕਰਦਾ, ਹਾਲੇ ਇਹ ਜਨਰੇਸ਼ਨ ਪੈਂਡਿੰਗ ਹੈ, ਵੇਟ ਕਰਨੀ ਪਊਗੀ। ਤੋ ਇੱਥੋਂ ਮੈਂ ਲੌਗ ਆਊਟ ਕਰਦਾ, ਬਾਕੀ ਕੰਮ ਇੱਕ ਬ੍ਰੇਕ ਤੋਂ ਬਾਅਦ ਕਰਦੇ ਹਾਂ।